ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਗਿਆਨੀ ਜੀ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਰਾਮਕਲੀ ਕੀ ਵਿਚਾਰ ਤੇ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਰਾਮਕਲੀ ਦੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 14 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 15ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। 15ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਇਹ ਪਾਵਨ ਸ਼ਲੋਕ ਜੋ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 954 ਤੇ ਅੰਕਿਤ ਹੈ। ਸ਼ਲੋਕ ਮਹਿਲਾ ਦੂਜਾ। ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣਈ ਆਵੇ ਆਪ ਲਖਾਏ। ਅੰਧਾ ਹੋਇ ਕੈ ਦਾ ਮਤਲਬ ਅੰਨਾ ਹੁੰਦਾ ਹੋਇਆ, ਬੇਸਮਝ, ਜਿਸ ਨੂੰ ਸਮਝ ਨਹੀਂ ਹੈ। ਰਤਨਾ ਦਾ ਮਤਲਬ ਰਤਨ, ਪਰਖਣ ਦਾ ਮਤਲਬ ਪਰਖਣ ਵਾਸਤੇ ਜੇ ਕੋਈ ਜਾਏ, ਪੜਤਾਲ ਕਰਨ ਲਈ ਜਾਏ, ਜਾਂਚਣ ਲਈ ਜਾਏ। ਤਾਂ ਗੁਰਦੇਵ ਬਚਨ ਕਰਦੇ ਹਨ, ਜੇ ਮਨੁੱਖ ਆਪ ਅੰਨਾ ਹੋਵੇ ਔਰ ਤੁਰ ਪੈ ਰਤਨ ਪਰਖਣ ਵਾਸਤੇ, ਹੀਰੇ ਜਵਾਹਰਾਤ ਪਰਖਣ ਵਾਸਤੇ, ਤਾਂ ਉਹਦਾ ਰਿਜ਼ਲਟ ਕੀ ਨਿਕਲੇਗਾ? ਰਤਨਾ ਸਾਰ ਨਾ ਜਾਣਈ ਆਵੇ ਆਪ ਲਖਾਏ। ਸਾਰ ਦਾ ਮਤਲਬ ਕਦਰ, ਕੀਮਤ, ਆਪ ਦਾ ਮਤਲਬ ਆਪਣਾ ਆਪਾ, ਲਖਾਏ ਦਾ ਮਤਲਬ ਜਣਾ ਕੇ, ਨਸ਼ਰ ਕਰਕੇ, ਪ੍ਰਗਟ ਕਰਕੇ। ਤਾਂ ਐਸਾ ਜੋ ਮਨੁੱਖ ਬੇਸਮਝ ਹੈ, ਜਿਸ ਨੂੰ ਗਿਆਨ ਨਹੀਂ ਹੈ ਤੇ ਰਤਨਾਂ ਦੀ ਪਰਖ ਕਰਨ ਵਾਸਤੇ ਅਗਿਆਨੀ ਅੰਧਾ ਜਾ ਰਿਹਾ ਹੈ, ਉਹ ਰਤਨਾਂ ਦੀ ਕਦਰ ਤਾਂ ਨਹੀਂ ਜਾਣਦਾ। ਰਤਨਾ ਸਾਰ ਨਾ ਜਾਣੀ, ਰਤਨਾਂ ਦੀ ਕਦਰ ਨਹੀਂ ਜਾਣਦਾ, ਰਤਨਾਂ ਦੀ ਪਰਖ ਨਹੀਂ ਜਾਣਦਾ। ਆਵੇ ਆਪ ਲਖਾਏ, ਪਰ ਉਹ ਆਪਣਾ ਆਪਾ ਨਸ਼ਰ ਕਰ ਆਉਂਦਾ, ਆਪਣਾ ਅੰਨਾਪਨ ਜ਼ਾਹਰ ਕਰ ਆਉਂਦਾ ਹੈ। ਉਸ ਦੀ ਅਗਿਆਨਤਾ ਜ਼ਾਹਰ ਹੋ ਜਾਂਦੀ ਹੈ ਕਿ ਇਸ ਬੰਦੇ ਨੂੰ ਕੁਝ ਵੀ ਨਹੀਂ ਪਤਾ ਹੈ। ਤਾਂ ਇਹਦਾ ਭਾਵ ਹੈਗਾ ਕਿ ਜਿਸ ਇਨਸਾਨ ਦੇ ਕੋਲ ਗਿਆਨ ਨਹੀਂ, ਸਮਝ ਨਹੀਂ, ਕਾਮਨ ਸੈਂਸ ਨਹੀਂ, ਵਿਵੇਕ ਬੁੱਧ ਨਹੀਂ, ਤੇ ਉਹ ਜਦੋਂ ਚੰਗੇ ਮਾੜੇ ਦੀ ਪਰਖ ਕਰਨ ਦੀ ਟਰਾਈ ਕਰੇਗਾ ਤਾਂ ਉਹ ਚੰਗੇ ਮਾੜੇ ਦੀ ਪਹਿਚਾਨ ਨਹੀਂ ਕਰ ਪਾਏਗਾ, ਸੱਚ ਝੂਠ ਦੀ ਪਹਿਚਾਨ ਨਹੀਂ ਕਰ ਪਾਏਗਾ। ਲੇਕਿਨ ਜੇ ਆਪਣੇ ਆਪ ਨੂੰ ਪਾਰਖੂ ਦੱਸਣ ਦਾ ਯਤਨ ਕਰੇਗਾ ਤੇ ਉਹਦੀ ਅਗਿਆਨਤਾ ਹੀ ਪ੍ਰਗਟ ਹੋਵੇਗੀ, ਕਿਉਂਕਿ ਉਸਨੂੰ ਪਤਾ ਨਹੀਂ ਹੈ, ਸਮਝ ਨਹੀਂ ਹੈ, ਗਿਆਨ ਨਹੀਂ ਹੈ, ਵਿਵੇਕ ਬੁੱਧ ਨਹੀਂ ਹੈ। ਤਾਂ ਉਹਦੀ ਅਗਿਆਨਤਾ ਹੀ ਪ੍ਰਗਟ ਹੋਵੇਗੀ ਔਰ ਉਸ ਬੰਦੇ ਨੂੰ ਸ਼ਰਮਸਾਰ ਹੋਣਾ ਹੋਵੇਗਾ। ਮਹਿਲਾ ਦੂਜਾ। ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ। ਇੱਥੇ ਰਤਨ ਦਾ ਮਤਲਬ ਹੈ ਪ੍ਰਭੂ ਦੇ ਗੁਣ, ਗੁਥਲੀ ਦਾ ਮਤਲਬ ਥੈਲੀ, ਤੇ ਰਤਨੀ ਦਾ ਮਤਲਬ ਹੈ ਰਤਨਾ ਦਾ ਜੋ ਪਾਰਖੂ ਹੈ। ਰਤਨੀ ਦਾ ਮਤਲਬ ਰਤਨਾ ਦਾ ਮਾਲਕ, ਰਤਨਾ ਦਾ ਪਾਰਖੂ ਜੋ ਗੁਰੂ ਹੈ। ਤਾਂ ਪ੍ਰਭੂ ਦੇ ਗੁਣਾ ਰੂਪ ਰਤਨਾ ਦੀ ਥੈਲੀ ਸਤਿਗੁਰ ਨੇ ਆ ਕੇ ਖੋਲੀ ਹੈ। ਯਾਨੀ ਗੁਰੂ ਦੇ ਪਾਸ ਪ੍ਰਭੂ ਦੇ ਗੁਣ ਨੇ, ਅਨੰਤ ਗੁਣਾਂ ਦਾ ਸਾਗਰ ਹੈ ਗੁਰੂ। ਗੁਰੂ ਅਨੰਤ ਗੁਣਾਂ ਦਾ ਸਾਗਰ ਹੈ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ, ਪੱਕੇ ਕਰਮ ਧਿਆਨ, ਪਤ ਕੇ ਸਾਧ ਖਾਂਦਾ ਲਹਿ, ਦਾਨਾ ਕੈ ਸਰਦਾਨ। ਗੁਰੂ ਗੁਣਾਂ ਦਾ ਅਥਾਹ ਸਾਗਰ ਹੈ, ਗੁਣਾਂ ਦਾ ਮਾਲਕ ਹੈ ਔਰ ਰਤਨਾਂ ਦਾ ਪਾਰਖੂ ਹੈ। ਉਹਨੇ ਆਪਣੀ ਰਤਨਾਂ ਦੀ, ਗੁਣਾਂ ਦੀ ਖਾਨ, ਗੁਣਾਂ ਦੀ ਗੁਥਲੀ ਖੋਲੀ ਹੈ। ਭਾਵ ਉਸ ਗੁਰੂ ਦੇ ਕੋਲ ਮਹਾਨ ਗੁਣ ਨੇ। ਵੱਖਰ ਤੈ ਵਣਜਾਰਿਆ ਦੁਹਾਂ ਰਹੀ ਸਮਾਏ। ਇੱਥੇ ਵੱਖਰ ਦਾ ਮਤਲਬ ਹੈ ਵੱਖਰ ਵੇਚਣ ਵਾਲਾ, ਵਸਤੂ ਵੇਚਣ ਵਾਲਾ। ਇਸ ਤੈ ਸ਼ਬਦ ਨੂੰ ਬਿੰਦੀ ਲਾ ਕੇ ਤੈ ਨਹੀਂ ਪੜਨਾ, ਇੱਥੇ ਤੈ ਪੜਨਾ ਹੈ। ਇੱਥੇ ਤੈ ਦਾ ਮਤਲਬ ਹੈ ਅਤੇ। ਵਣਜਾਰਿਆਂ ਦਾ ਮਤਲਬ ਵਣਜਾਰੇ, ਵਣਜ ਕਰਨ ਵਾਲੇ, ਗੁਰਮੁਖ ਇਨਸਾਨ। ਦੋਹਾਂ ਦਾ ਮਤਲਬ ਦੋਹਾਂ ਵਿੱਚ, ਰਹੀ ਸਮਾਏ ਦਾ ਮਤਲਬ ਟਿਕੀ ਹੋਈ ਹੈ। ਇਹ ਗੁੱਥੀ ਵੇਚਣ ਵਾਲੇ ਸਤਿਗੁਰੂ ਔਰ ਵਿਹਾਜਣ ਵਾਲੇ ਗੁਰਮੁਖ ਦੋਹਾਂ ਦੇ ਹਿਰਦੇ ਵਿੱਚ ਟਿਕ ਰਹੀ ਹੈ। ਭਾਵ ਕਿ ਦੋਹਾਂ ਨੂੰ ਹੀ ਇਹ ਗੁਣ ਪਿਆਰੇ ਲੱਗਦੇ ਨੇ
ਭਾਵ ਕਿ ਜੋ ਗੁਰੂ ਦੇ ਪਿਆਰੇ ਸਿੱਖ ਨੇ, ਜੋ ਗੁਣਾਂ ਦੀ ਕਦਰ ਜਾਣਦੇ ਨੇ, ਉਹ ਗੁਰੂ ਤੋਂ ਗੁਣਾਂ ਦੀ ਦਾਤ ਹਾਸਲ ਕਰਦੇ ਨੇ ਤੇ ਗੁਰੂ ਉਹਨਾਂ ਨੂੰ ਗੁਣਾਂ ਦੀ ਦਾਤ ਦਿੰਦਾ ਹੈ। ਦੋਹਾਂ ਦੇ ਅੰਦਰ ਹੀ ਇਹ ਜਿਹੜੀ ਰਤਨਾਂ ਦੀ ਪਰਖ ਹੈ, ਗੁਣ ਨੇ, ਉਹ ਦੋਵੇਂ ਟਿਕੇ ਹੋਏ ਨੇ। ਉਹਨਾਂ ਨੂੰ ਗੁਰੂ ਦੇ ਰੱਬੀ ਜਿਹੜੇ ਗੁਣ ਨੇ ਉਹ ਪਿਆਰੇ ਲੱਗਦੇ ਨੇ। ਜਿਨ ਗੁਣ ਪੱਲੇ ਨਾਨਕਾ ਮਾਨਕ ਵਣਜੈ ਸੇ। ਮਾਨਕ ਦਾ ਮਤਲਬ ਰਤਨ ਰੱਬੀ ਗੁਣ, ਸੇ ਦਾ ਮਤਲਬ ਉਹ ਬੰਦੇ। ਜਿਨ ਗੁਣ ਪੱਲੇ ਨਾਨਕਾ, ਇੱਥੇ ਗੁਣ ਦਾ ਮਤਲਬ ਹੈ ਗਿਆਨ, ਸਮਝ। ਜਿਨ੍ਹਾਂ ਦੇ ਪੱਲੇ ਸਮਝ ਹੈ, ਗਿਆਨ ਹੈ, ਸੂਝ ਹੈ। ਮਾਨਕ ਵਣਜੈ ਸੇ, ਉਹ ਜਿਹੜੇ ਰੱਬੀ ਗੁਣਾ ਰੂਪ ਮਾਨਕਾਂ ਨੂੰ ਵਪਾਰਦੇ ਨੇ, ਵਿਹਾਜਦੇ ਨੇ, ਖਰੀਦਦੇ ਨੇ। ਜਿਨ੍ਹਾਂ ਨੂੰ ਸਮਝ ਹੈ, ਸਾਰ ਹੈ ਗੁਣਾਂ ਦੀ। ਹੁਣ ਜਿਨ੍ਹਾਂ ਨੂੰ ਸਮਝ ਹੀ ਨਹੀਂ ਹੈ, ਕਿਸੇ ਮੇਰੇ ਵਰਗੇ ਬੰਦੇ ਨੂੰ ਕੋਈ ਹੀਰਾ ਵੀ ਦੇ ਦੇਵੇ ਤਾਂ ਮੈਂ ਉਸ ਨੂੰ ਪੱਥਰ ਸਮਝ ਕੇ ਸੁੱਟ ਦਿਆਂਗਾ, ਕਿਉਂਕਿ ਮੈਨੂੰ ਹੀਰੇ ਦੀ ਸਮਝ ਨਹੀਂ, ਕਦਰ ਨਹੀਂ, ਸਾਰ ਨਹੀਂ। ਤੇ ਜਿਸ ਨੂੰ ਹੀਰੇ ਦੀ ਕਦਰ ਹੈ, ਉਹ ਸਾਂਭ ਕੇ ਉਹਨੂੰ ਰੱਖੇਗਾ, ਉਹਦੇ ਤੋਂ ਲਾਭ ਉਠਾਏਗਾ। ਤਾਂ ਜਿਨ੍ਹਾਂ ਦੇ ਪੱਲੇ ਸਮਝ ਹੈ, ਜਿਨ੍ਹਾਂ ਦੇ ਪੱਲੇ ਗੁਰੂ ਦਾ ਗਿਆਨ ਹੈ, ਕਾਮਨ ਸੈਂਸ ਹੈ, ਵਿਵੇਕ ਬੁੱਧ ਹੈ, ਜਿਨ੍ਹਾਂ ਨੂੰ ਗੁਣਾਂ ਦੀ ਸਾਰ ਹੈ, ਉਹ ਗੁਣਾਂ ਨੂੰ ਵਿਹਾਜਦੇ ਨੇ, ਉਹ ਗੁਣਾਂ ਨੂੰ ਇੰਪਲੀਮੈਂਟ ਕਰਦੇ ਨੇ, ਉਹ ਗੁਣਾਂ ਦੇ ਧਾਰਨੀ ਹੁੰਦੇ ਨੇ। ਜਿਨ੍ਹਾਂ ਨੂੰ ਗੁਣਾਂ ਦੀ ਸਮਝ ਹੈ, ਜਿਨ੍ਹਾਂ ਦੇ ਪੱਲੇ ਗਿਆਨ ਹੈ। ਰਤਨਾ ਸਾਰ ਨਾ ਜਾਣਨੀ ਅੰਧੇ ਵੱਤਹਿ ਲੋਏ। ਇਹ ਜੋ ਜਾਣਨੀ ਸ਼ਬਦ ਹੈ, ਇਹਨੂੰ ਧਿਆਨ ਦੇ ਨਾਲ ਪੜਨਾ ਹੈ। ਬਹੁਤੀ ਵਾਰੀ ਜਾਣਨੀ ਬੋਲ ਦਿੰਦੇ ਨੇ, ਜਾਣਨੀ। ਹੁਣ ਦੇਖੋ ਧਿਆਨ ਨਾਲ ਸੁਣਿਓ, ਮੈਂ ਬੋਲ ਰਿਹਾ ਜਾਣਨੀ, ਤਾਂ ਵਿਚਕਾਰ ਨੰਨਾ ਬੋਲ ਰਿਹਾ ਹੈ, ਅਖੀਰ ਵਿੱਚ ਨਾਣਾ ਬੋਲ ਰਿਹਾ ਹੈ, ਜਾਣਨੀ। ਲੇਕਿਨ ਇੱਥੇ ਨਾਣਾ ਵਿਚਕਾਰ ਹੈ, ਨੰਨਾ ਲਾਸਟ ਵਿੱਚ ਹੈ। ਇਸ ਲਈ ਇਹਦਾ ਉਚਾਰਨ ਕਰਨਾ ਹੈ ਰਤਨਾ ਸਾਰ ਨਾ ਜਾਣਨੀ। ਜਾਣਨੀ ਐਵੇਂ ਬੋਲਣਾ ਹੈ, ਜਾਣਨੀ। ਰਤਨਾ ਦਾ ਮਤਲਬ ਜੋ ਪ੍ਰਭੂ ਦੇ ਅਮੁੱਲਕ ਗੁਣ ਨੇ, ਜੋ ਉਹਨਾਂ ਦੀ ਕਦਰ ਨਹੀਂ ਸਮਝਦੇ। ਅੰਧੇ ਦਾ ਮਤਲਬ ਅਗਿਆਨੀ, ਬੇਸਮਝ। ਵੱਤੇ ਦਾ ਮਤਲਬ ਫਿਰਦੇ ਨੇ, ਭਟਕਦੇ ਨੇ। ਲੋਏ ਦਾ ਮਤਲਬ ਸੰਸਾਰ ਅੰਦਰ। ਜਿਹੜੇ ਲੋਕ ਇਹਨਾਂ ਗੁਣਾਂ ਦੀ ਕਦਰ ਨਹੀਂ ਜਾਣਦੇ, ਉਹ ਬੇਸਮਝ ਲੋਕ ਇਸ ਦੁਨੀਆ ਦੇ ਅੰਦਰ ਭਟਕਦੇ ਫਿਰਦੇ ਨੇ, ਦੁਖੀ ਹੁੰਦੇ ਫਿਰਦੇ ਨੇ। ਉਹ ਇਸ ਦੁਨੀਆ ਦੇ ਅੰਦਰ ਪਰੇਸ਼ਾਨੀਆਂ ਸਹਿੜਦੇ ਨੇ, ਮੁਸੀਬਤਾਂ ਸਹਿੜਦੇ ਨੇ, ਆਪਣੇ ਵਾਸਤੇ ਵੀ ਤੇ ਦੂਜਿਆਂ ਲਈ ਵੀ ਮੁਸੀਬਤਾਂ ਖੜੀਆਂ ਕਰਦੇ ਨੇ, ਭਟਕਦੇ ਨੇ। ਉਹ ਜੀਵਨ ਦੇ ਸਹੀ ਰਾਸਤੇ ਤੇ ਨਹੀਂ ਚੱਲ ਰਹੇ, ਉਹ ਜੀਵਨ ਦੇ ਸਹੀ ਰਾਸਤੇ ਤੋਂ ਖੁੰਝੇ ਹੋਏ ਨੇ, ਜਿਨ੍ਹਾਂ ਨੂੰ ਗੁਣਾਂ ਦੀ ਸਾਰ ਨਹੀਂ ਹੈ। ਔਰ ਹਕੀਕਤ ਹੈ, ਜੇ ਇਨਸਾਨ ਨੂੰ ਗੁਣਾਂ ਦੀ ਕਦਰ ਹੋਵੇ ਨਾ, ਸਮਝ ਹੋਵੇ ਕਿ ਸੱਚਾਈ ਦੇ ਮਾਰਗ ਤੇ ਤੁਰਿਆ, ਦਇਆ, ਧਰਮ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਪਿਆਰ, ਮੁਹੱਬਤ, ਵਫਾਦਾਰੀ, ਉੱਚਾ ਸੁੱਚਾ ਆਚਰਣ, ਇਹਨਾਂ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਜ਼ਿੰਦਗੀ ਵਿੱਚ ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਆਉਂਦੀ ਹੈ। ਬੰਦਾ ਰੱਬ ਵਰਗਾ ਹੋ ਕੇ ਜੀਂਦਾ ਹੈ। ਜੇ ਬੰਦਾ ਕੋਈ ਇਸ ਸਾਰ ਨੂੰ ਜਾਣਦਾ ਹੋਵੇ, ਕਦਰ ਨੂੰ ਜਾਣਦਾ ਹੋਵੇ, ਤਾਂ ਫਿਰ ਬੰਦਾ ਗੁਣਾਂ ਦੀ ਕਦਰ ਕਰੇਗਾ ਨਾ, ਗੁਣਾਂ ਨੂੰ ਇੰਪਲੀਮੈਂਟ ਕਰੇਗਾ। ਤੇ ਜਿਹੜਾ ਇਹਨਾਂ ਦੀ ਸਾਰ ਨੂੰ ਜਾਣਦਾ ਹੀ ਨਹੀਂ, ਉਹ ਫਿਰ ਵੈਰ ਵਿਰੋਧ, ਕਾਮ ਕ੍ਰੋਧ, ਆਚਰਨਹੀਨ ਤੇ ਹੋਰ ਜਿੰਨੇ ਵੀ ਝੂਠ ਫਰੇਬ ਨੇ, ਉਹਨਾਂ ਚੱਕਰਾਂ ਵਿੱਚ ਪੈ ਜਾਏਗਾ, ਭਟਕ ਜਾਏਗਾ, ਲੱਭੇਗਾ ਸੁੱਖ, ਆਏਗਾ ਦੁੱਖ। ਇਸ ਲਈ ਜੋ ਰੱਬੀ ਗੁਣਾਂ ਦੀ ਕਦਰ ਨਹੀਂ ਜਾਣਦੇ, ਉਹ ਬੇਸਮਝ ਇਸ ਦੁਨੀਆ ਦੇ ਅੰਦਰ ਭਟਕਦੇ ਫਿਰਦੇ ਨੇ। ਪੌੜੀ 9 ਦਰਵਾਜੇ ਕਾਇਆ ਕੋਟ ਹੈ, 10ਵੇਂ ਗੁਪਤ ਰਖੀਜੈ। 9 ਦਰਵਾਜੇ ਦਾ ਮਤਲਬ ਗੋਲਕਾਂ, ਜੋ ਸਾਡੇ ਆ ਸਰੀਰ ਦੀਆਂ ਗੋਲਕਾਂ ਨੇ, ਕੰਨ ਨੇ, ਅੱਖਾਂ ਨੇ, ਜ਼ਬਾਨ ਆਦਿਕ ਹੈ। ਕੋਟ ਦਾ ਮਤਲਬ ਕਿਲਾ, 10ਵੇਂ ਦਾ ਮਤਲਬ 10ਵਾਂ, ਗੁਪਤ ਦਾ ਮਤਲਬ ਗੁਪਤ ਹੈ, ਲੁਕਵਾਂ। ਗੁਰੂ ਜੀ ਕਹਿੰਦੇ ਨੇ ਸਰੀਰ ਮਾਨੋ ਇੱਕ ਕਿਲਾ ਹੈ, ਤੇ ਇਹ ਕਿਲੇ ਦੇ 9 ਦਰਵਾਜੇ ਨੇ। 9 ਦਰਵਾਜੇ, ਕਾਇਆ ਕੋਟ ਹੈ, ਇਹਦੇ 9 ਦਰਵਾਜੇ ਨੇ। ਸਰੀਰ ਇੱਕ ਕਿਲਾ ਹੈ, 10ਵੇਂ ਗੁਪਤ ਰਖੀਜੈ, ਪਰ ਜਿਹੜਾ 10ਵਾਂ ਦਰਵਾਜਾ ਹੈ ਉਹ ਗੁਪਤ ਰੱਖਿਆ ਹੋਇਆ ਹੈ। 9 ਗਿਆਨ ਇੰਦਰੀ ਇੱਥੇ ਪ੍ਰਗਟ ਨੇ, ਅੱਖਾਂ, ਕੰਨ, ਨੱਕ ਆਦਿਕ। ਤੇ 10ਵੇਂ ਦਾ ਮਤਲਬ ਹੈਗਾ ਦਿਮਾਗ, ਬ੍ਰੇਨ। ਇੱਥੇ 10ਮ ਦੁਆਰ ਉਹਦੀ ਗੱਲ ਨਹੀਂ ਜੋ ਜੋਗੀ ਲੋਕ ਮੰਨਦੇ ਨੇ, ਉਸ 10ਮ ਦੁਆਰ ਦੀ ਗੱਲ ਨਹੀਂ ਹੈ।
ਗੁਰਬਾਣੀ ਦੇ ਅੰਦਰ ਜੋ ਦਸਮ ਦਵਾਰ ਸ਼ਬਦ ਹੈ ਇਹ ਬ੍ਰੇਨ ਵਾਸਤੇ, ਦਿਮਾਗ ਵਾਸਤੇ ਵਰਤਿਆ ਗਿਆ ਹੈ। ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਿਮਾਗ ਸ਼ਬਦ ਨਹੀਂ ਵਰਤਿਆ, ਦਿਮਾਗ ਵਾਸਤੇ ਦਸਮ ਦਵਾਰ ਸ਼ਬਦ ਵਰਤਿਆ ਹੈ। ਜਿਵੇਂ ਅਸੀਂ ਦੇਖਦੇ ਹਾਂ ਬਾਕੀ ਸਾਡੇ ਗਿਆਨ ਇੰਦਰੇ ਬਾਹਰ ਪ੍ਰਗਟ ਨੇ, ਲੇਕਿਨ ਦਿਮਾਗ ਜਿਹੜਾ ਹੈ ਇਹ ਪਿੱਛੇ ਗਿੱਚੀ ਦੇ ਵਿੱਚ ਰੱਖਿਆ ਹੈ। ਖੋਪਰੀ ਹੈ ਉੱਤੇ ਬੜੀ ਮਜ਼ਬੂਤ, ਕਿਉਂਕਿ ਇਸ ਦਿਮਾਗ ਨੇ ਪੂਰੇ ਦੇ ਪੂਰੇ ਸਰੀਰ ਨੂੰ ਕੰਟਰੋਲ ਕਰਨਾ ਹੈ ਔਰ ਇਹਦੀ ਬਣਤਰ ਜਿਹੜੀ ਹੈ ਬੜੀ ਹੋਰ ਤਰ੍ਹਾਂ ਦੀ ਹੈ, ਜਿਸ ਨੂੰ ਸਮਝਣਾ ਬੜਾ ਮੁਸ਼ਕਲ ਹੈ। ਜਿਹਨੇ ਪੂਰੇ ਦੇ ਪੂਰੇ ਸਰੀਰ ਨੂੰ, ਪੂਰੇ ਜੀਵਨ ਨੂੰ ਕੰਟਰੋਲ ਕਰਨਾ ਹੈ ਤੇ ਇਹ ਗੁਪਤ ਰੱਖਿਆ ਹੈ, ਅੰਦਰ ਹੈ, ਲੁਕਵਾ ਹੈ। ਹੁਣ ਸਪੋਜ਼ ਸ਼ਬਦ ਵਰਤ ਕੇ ਸਮਝਣਾ, ਸਪੋਜ਼ ਦਿਮਾਗ ਇੱਥੇ ਮੋਢੇ ਉੱਤੇ ਲੱਗਾ ਹੁੰਦਾ ਤੇ ਕੀ ਬਣਨਾ ਸੀ? ਬੰਦੇ ਦਾ ਘੱਟਾ ਮਿੱਟੀ ਪੈ ਕੇ ਦਿਮਾਗ ਖਰਾਬ, ਕਿਸੇ ਦਾ ਹੱਥ ਵੱਜਦਾ ਦਿਮਾਗ ਖਰਾਬ। ਤਾਂ ਕਿੰਨੀ ਕੀਮਤੀ ਚੀਜ਼ ਹੈ ਜਿਸ ਨੂੰ ਬੜਾ ਸੁਰੱਖਿਅਤ ਰੱਖਿਆ ਗਿਆ ਹੈ। ਦਸਵਾਂ ਜਿਹੜਾ ਦਿਮਾਗ ਹੈ ਉਹ ਗੁਪਤ ਰੱਖਿਆ ਹੈ। ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁਲੀਜੈ। ਗੁਰ ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ। ਬੱਜਰ ਕਪਾਟ ਦਾ ਮਤਲਬ ਹੈ ਕਰੜੇ ਦਰਵਾਜ਼ੇ। ਹੁਣ ਕਰੜੇ ਦਰਵਾਜ਼ੇ ਕਿਹੜੇ ਨੇ? ਦਿਮਾਗ ਦਾ ਦਰਵਾਜ਼ਾ ਕਿਹੜਾ ਹੈ ਕਰੜਾ? ਅਗਿਆਨਤਾ। ਅਗਿਆਨਤਾ ਇੱਕ ਕਰੜਾ ਦਰਵਾਜ਼ਾ ਹੈ ਤੇ ਇਹ ਅਗਿਆਨਤਾ ਜਿਹੜਾ ਦਰਵਾਜ਼ਾ ਹੈ ਨਾ, ਜੇ ਇਹ ਬੰਦਾ ਇਹਨੂੰ ਖੋਲ ਲਵੇ, ਪਾਸੇ ਕਰ ਲੈ, ਤਾਂ ਫਿਰ ਇਹਦੀ ਜ਼ਿੰਦਗੀ ਅੰਦਰ ਗਿਆਨ ਆ ਸਕਦਾ ਹੈ, ਸਮਝ ਸੂਝ ਆ ਸਕਦੀ ਹੈ। ਲੇਕਿਨ ਇਹ ਗਿਆਨ ਦਾ, ਅਗਿਆਨਤਾ ਦਾ ਇੱਕ ਐਸਾ ਕਰੜਾ ਦਰਵਾਜ਼ਾ ਹੈ ਜਿਹੜਾ ਆਮ ਬੰਦੇ ਤੋਂ ਖੁੱਲਦਾ ਨਹੀਂ। ਅਗਿਆਨਤਾ ਦੇ ਵਿੱਚੋਂ ਬੰਦਾ, ਆਮ ਜਿਹੜਾ ਬੰਦਾ ਹੈ, ਬਾਹਰ ਨਹੀਂ ਆ ਪਾਉਂਦਾ, ਲੇਕਿਨ ਇਹ ਖੁੱਲ ਸਕਦਾ ਹੈ। ਗੁਰ ਸ਼ਬਦ ਖੁਲੀਜੈ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਉਪਦੇਸ਼ ਰਾਹੀਂ, ਗੁਰੂ ਦੇ ਗਿਆਨ ਰਾਹੀਂ ਇਹ ਅਗਿਆਨਤਾ ਦਾ ਦਰਵਾਜ਼ਾ ਖੁੱਲ ਸਕਦਾ ਹੈ। ਜਿੱਥੇ ਹਨੇਰਾ ਹੈ ਉੱਥੇ ਲਾਈਟ ਔਨ ਕਰੋਗੇ, ਚਾਨਣਾ ਹੋ ਜਾਏਗਾ। ਜੇ ਜੰਦਰੇ ਨੂੰ ਚਾਬੀ ਸਹੀ ਲੱਗ ਜਾਏ ਤਾਂ ਜੰਦਰਾ ਖੁੱਲ ਜਾਏਗਾ। ਵੈਸੇ ਕਿਸੇ ਨੇ ਬੜਾ ਪਿਆਰਾ ਕਿਹਾ ਹੈ, ਇਹਦਾ ਬੇਸ਼ੱਕ ਜਿਹੜੀ ਮੈਂ ਗੱਲ ਕਰਨ ਲੱਗਾ ਉਹਦਾ ਇੱਥੇ ਸੰਬੰਧ ਨਹੀਂ ਹੈ। ਉਹਨੇ ਕਿਹਾ ਹੈ ਜੇ ਵਫਾਦਾਰ ਹੋਵੋ ਨਾ ਤੇ ਜੰਦਰੇ ਵਰਗੇ ਹੋਵੋ। ਵਫਾਦਾਰ ਹੋਵੋ ਕਿਸੇ ਦੇ, ਜੰਦਰੇ ਵਰਗੇ ਬਣੋ। ਜੰਦਰਾ ਟੁੱਟ ਜਾਏਗਾ ਪਰ ਚਾਬੀ ਨਹੀਂ ਬਦਲਦਾ। ਜੰਦਰਾ ਟੁੱਟ ਜਾਏਗਾ, ਚਾਬੀ ਨਹੀਂ ਬਦਲੇਗਾ। ਇਹਨੇ ਵਫਾਦਾਰ ਬਣੋ ਜਿਵੇਂ ਜੰਦਰਾ ਵਫਾਦਾਰ। ਤਾਂ ਇਹ ਜੰਦਰਾ ਜਿਹੜਾ ਖੁੱਲ ਸਕਦਾ ਹੈ, ਪਰ ਚਾਬੀ ਸਹੀ ਚਾਹੀਦੀ। ਗਲਤ ਚਾਬੀ ਨਾਲ ਇਹਨੇ ਖੁੱਲਣਾ ਨਹੀਂ। ਗਲਤ ਚਾਬੀ ਦੇ ਨਾਲ ਇਸਨੇ ਖੁੱਲਣਾ ਨਹੀਂ ਹੈ। ਸਹੀ ਚਾਬੀ ਲਾਓਗੇ ਤੇ ਉਹ ਸਹੀ ਚਾਬੀ ਕਿਹੜੀ ਹੈ? ਗੁਰੂ ਤੋਂ ਮਿਲੇਗੀ। ਗੁਰੂ ਦੇ ਹੱਥ ਵਿੱਚ ਕੁੰਜੀ ਹੈ ਗਿਆਨ ਦੀ। ਗੁਰ ਸ਼ਬਦ ਖੁਲੀਜੈ। ਇਹ ਜੋ ਅਗਿਆਨਤਾ ਦਾ ਕਰੜਾ ਦਰਵਾਜ਼ਾ ਹੈ ਨਾ, ਇਹ ਗੁਰੂ ਦੇ ਸ਼ਬਦ ਰਾਹੀਂ ਖੁੱਲ ਸਕਦਾ ਹੈ। ਬੜਾ ਸੌਖਾ ਖੁੱਲ ਜਾਂਦਾ ਹੈ। ਚਾਬੀ ਸਹੀ ਲੱਗ ਜਾਏ ਤੇ ਖੁੱਲ ਜਾਂਦਾ। ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ। ਅਨਹਦ ਦਾ ਮਤਲਬ ਲਗਾਤਾਰ, ਵਾਜੇ ਦਾ ਮਤਲਬ ਵਾਜੇ, ਧੁਨ ਦਾ ਮਤਲਬ ਆਵਾਜ਼, ਵੱਜਦੇ ਮਤਲਬ ਵੱਜਦੇ ਨੇ। ਗੁਰ ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ, ਸੁਣੀਜੇ ਦਾ ਮਤਲਬ ਸੁਣੇ ਜਾਂਦੇ ਨੇ। ਜਦੋਂ ਇਹ ਦਰਵਾਜ਼ਾ ਖੁੱਲਦਾ ਹੈ ਨਾ, ਅਗਿਆਨਤਾ ਦੂਰ ਹੁੰਦੀ ਹੈ, ਅੰਦਰ ਸਮਝ ਆਉਂਦੀ ਹੈ, ਕਾਮਨ ਸੈਂਸ ਜਾਗਦੀ ਹੈ, ਤਾਂ ਫਿਰ ਅੰਦਰ ਖੁਸ਼ੀਆਂ ਦੇ ਵਾਜੇ ਵੱਜ ਰਹੇ ਨੇ। ਖੁਸ਼ੀਆਂ ਦੇ ਵਾਜੇ, ਸੁੱਖਾਂ ਦੇ ਵਾਜੇ, ਗੁਣਾਂ ਦੇ ਵਾਜੇ ਔਰ ਲਗਾਤਾਰ ਵੱਜ ਰਹੇ ਨੇ। ਪਰ ਇਹਨਾਂ ਵਾਜਿਆਂ ਨੂੰ ਗੁਰੂ ਸ਼ਬਦ ਰਾਹੀਂ ਸੁਣਿਆ ਜਾ ਸਕਦਾ ਹੈ। ਸੁਣਿਆ ਦਾ ਮਤਲਬ ਜਾਣਿਆ ਜਾ ਸਕਦਾ ਹੈ, ਮਾਣਿਆ ਜਾ ਸਕਦਾ ਹੈ। ਅੰਦਰ ਸੁੱਖਾਂ ਦੇ ਵਾਜੇ ਨੇ, ਲੇਕਿਨ ਉਹਨਾਂ ਵਾਜਿਆਂ ਨੂੰ, ਉਹਨਾਂ ਸੁੱਖਾਂ ਨੂੰ ਮਾਣਿਆ ਜਾ ਸਕਦਾ ਹੈ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ। ਜੇ ਗਿਆਨ ਦੀ ਸਹੀ ਵਰਤੋਂ ਕਰੋ ਤਾਂ ਫਿਰ ਅੰਦਰ ਸੁੱਖਾਂ ਦੇ ਵਾਜੇ ਵੱਜ ਰਹੇ ਨੇ, ਉਹਨਾਂ ਨੂੰ ਸੁਣਿਆ ਜਾ ਸਕਦਾ ਹੈ। ਸੁਣਿਆ ਦਾ ਮਤਲਬ ਮਾਣਿਆ ਜਾ ਸਕਦਾ ਹੈ। ਇੱਥੇ ਉਹ ਟੂੰ ਟੂੰ ਦੀ ਆਵਾਜ਼ ਨਹੀਂ, ਜੋਗੀਆਂ ਵਾਲੇ ਵਾਜਿਆਂ ਦੀ ਗੱਲ ਨਹੀਂ ਹੈ। ਇੱਥੇ ਸਿਰਫ ਉਹ ਸ਼ਬਦ ਵਰਤੇ ਨੇ। ਭਾਵ ਇਹ ਹੈ ਕਿ ਅੰਦਰ ਸੁੱਖ ਨੇ, ਅੰਦਰ ਅਨੰਤ ਖਜ਼ਾਨੇ ਨੇ, ਔਰ ਗੁਰੂ ਸ਼ਬਦ ਰਾਹੀਂ ਉਹਨਾਂ ਅੰਦਰ ਦੇ ਖਜ਼ਾਨਿਆਂ ਨੂੰ ਮਾਣਿਆ ਜਾ ਸਕਦਾ ਹੈ। ਤੇ ਜਿਨ੍ਹਾਂ ਨੇ ਮਾਣਿਆ ਹੈ ਉਹ ਤੁਹਾਡੇ ਸਾਹਮਣੇ ਹੈ। ਸੰਸਾਰ ਦੀ ਉਹਨਾਂ ਨੇ ਤਰੱਕੀ ਕੀਤੀ ਹੈ, ਜੀਵਨ ਦੇ ਵਿੱਚ ਵਿਕਾਸ ਹੈ। ਔਰ ਹਕੀਕਤ ਇਹ ਗੱਲ ਸੱਚੀ ਹੈ। ਅਸੀਂ ਰੋਜ਼ ਇਹਨਾਂ ਚੀਜ਼ਾਂ ਬਾਰੇ ਵਿਚਾਰ ਕਰ ਰਹੇ ਹਾਂ ਕਿ ਅੰਦਰ ਗੁਣ ਸਾਰਿਆਂ ਦੇ ਮੌਜੂਦ ਨੇ, ਮੇਰੇ ਅੰਦਰ ਵੀ। ਪਰ ਆਮ ਆਦਮੀ ਉਹਨਾਂ ਗੁਣਾਂ ਦਾ ਆਨੰਦ ਮਾਣ ਨਹੀਂ ਰਿਹਾ, ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰ ਰਿਹਾ। ਇਸ ਕਰਕੇ ਦੁਖੀ ਹੈ।
ਤੇ ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਪਿਆਰਿਓ, ਸੁੱਖ ਤੁਹਾਡੇ ਅੰਦਰ ਹੈ। ਜੇ ਤੁਸੀਂ ਇਹਨਾਂ ਗੁਣਾਂ ਨੂੰ ਯੂਜ਼ ਕਰੋ ਤਾਂ ਤੁਹਾਡੇ ਅੰਦਰ ਸੁੱਖਾਂ ਦੇ ਭੰਡਾਰ ਭਰੇ ਪਏ ਨੇ, ਖੁਸ਼ੀਆਂ ਦੇ ਭੰਡਾਰ ਭਰੇ ਪਏ ਨੇ। ਤੇ ਜੇ ਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਮੰਨ ਲਈਏ, ਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਮੰਨ ਕੇ ਜੇ ਅਸੀਂ ਗੁਣਾਂ ਨੂੰ ਯੂਜ਼ ਕਰਨਾ ਸ਼ੁਰੂ ਕਰੀਏ ਤਾਂ ਸਾਡੇ ਜੀਵਨ ਵਿੱਚ ਸੁੱਖ ਆ ਜਾਏਗਾ। ਅਸੀਂ ਉਹਨਾਂ ਨੂੰ ਮਾਣ ਲਵਾਂਗੇ। ਹਰ ਬੰਦਾ ਮਾਣ ਸਕਦਾ ਹੈ। ਤਿਤ ਘਟ, ਠੀਕ ਹੈ, ਤਿਤ ਘਟ ਅੰਤਰ ਚਾਨਣਾ ਕਰ ਭਗਤ ਮਿਲੀ ਜੈ। ਤਾਂ ਉਸ ਹਿਰਦੇ ਦੇ ਅੰਦਰ ਜਿੱਥੇ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ, ਜਿੱਥੇ ਵਿਵੇਕ ਬੁੱਧ ਪੈਦਾ ਹੋ ਗਈ, ਉਸ ਨੂੰ ਸਮਝ ਪੈ ਗਈ ਕਿ ਗੁਣਾਂ ਦੇ ਨਾਲ ਜੁੜਨ ਦੇ ਨਾਲ ਖੁਸ਼ੀ ਮਿਲਦੀ ਹੈ, ਔਗੁਣਾਂ ਦੇ ਨਾਲ ਜੁੜਿਆ ਚਿੰਤਾਵਾਂ ਪਰੇਸ਼ਾਨੀਆਂ ਪੈਦਾ ਹੁੰਦੀਆਂ ਨੇ। ਰੱਬੀ ਰਜ਼ਾ ਭਾਣੇ ਵਿੱਚ ਤੁਰਨ ਦੇ ਨਾਲ ਪ੍ਰਭੂ ਦਾ ਮਿਲਾਪ ਹੁੰਦਾ ਹੈ, ਤੇ ਰੱਬੀ ਰਜ਼ਾ ਭਾਣੇ ਤੋਂ ਉਲਟ ਚੱਲਣ ਦੇ ਨਾਲ ਬੰਦਾ ਦੁਖੀ ਔਰ ਅਸ਼ਾਂਤ ਹੁੰਦਾ ਹੈ। ਉਸ ਹਿਰਦੇ ਦੇ ਅੰਦਰ ਚਾਨਣਾ ਹੋ ਜਾਂਦਾ ਹੈ, ਗਿਆਨ ਉਹਨੂੰ ਮਿਲ ਜਾਂਦਾ ਹੈ। ਤੇ ਜਿਸ ਨੂੰ ਗਿਆਨ ਮਿਲ ਜਾਂਦਾ ਹੈ, ਕਰ ਭਗਤ ਮਿਲੀਜੈ। ਭਗਤ ਦਾ ਮਤਲਬ ਸਿਫਤ ਸਲਾਹ ਕਰਕੇ, ਰੱਬੀ ਗੁਣ ਗਾ ਕੇ, ਰੱਬੀ ਰਜ਼ਾ ਦੇ ਅੰਦਰ ਤੁਰ ਕੇ। ਮਿਲੀਜੇ ਦਾ ਮਤਲਬ ਉਹ ਹਰੀ ਨੂੰ ਮਿਲ ਪੈਂਦਾ ਹੈ, ਉਹ ਰੱਬ ਦੇ ਅੰਦਰ ਲੀਨ ਹੋ ਜਾਂਦਾ ਹੈ। ਗੁਣ ਕਹੇ ਗੁਣੀ ਸਮਾਵਣਿਆ, ਉਹ ਪ੍ਰਭੂ ਦੀ ਭਗਤੀ ਕਰਦਾ, ਭਾਵ ਰੱਬੀ ਗੁਣ ਗਾਉਂਦਾ, ਰੱਬੀ ਗੁਣਾਂ ਨੂੰ ਧਾਰਨੀ ਕਰਕੇ, ਰੱਬੀ ਰਜ਼ਾ ਦੇ ਅੰਦਰ ਭਾਣੇ ਵਿੱਚ ਚੁਲ ਕੇ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਤੇ ਉਹਨੂੰ ਸਮਝ ਪੈ ਜਾਂਦੀ ਹੈ, ਸਭ ਮਹਿ ਏਕ ਵਰਤਦਾ ਜਿਨ ਆਪੇ ਰਚਨ ਰਚਾਈ। ਜਿਨ ਦਾ ਮਤਲਬ ਜਿਸ ਨੇ, ਰਚਨ ਦਾ ਮਤਲਬ ਰਚਨਾ, ਰਚਾਈ ਦਾ ਮਤਲਬ ਰਚਾਈ ਹੈ, ਬਣਾਈ ਹੈ। ਤਾਂ ਜਿਸ ਪ੍ਰਭੂ ਨੇ ਇਹ ਸਾਰੀ ਰਚਨਾ ਰਚੀ ਹੈ, ਸਾਰੇ ਜੀਵਾਂ ਦੇ ਅੰਦਰ ਉਹ ਵਿਆਪਕ ਹੈ, ਉਹ ਇਸ ਰਚਨਾ ਤੋਂ ਬਾਹਰ ਨਹੀਂ ਹੈ। ਉਸ ਨੂੰ ਇਹ ਸਮਝ ਪੈ ਜਾਂਦੀ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਕਿ ਜਿਸ ਪ੍ਰਭੂ ਨੇ ਇਹ ਰਚਨਾ ਰਚਾਈ ਹੈ, ਸਭ ਮੈਂ ਏਕ ਵਰਤਦਾ, ਉਹ ਇੱਕ ਜਿਹੜਾ ਹੈ ਸਾਰਿਆਂ ਦੇ ਅੰਦਰ ਸਭ ਥਾਵਾਂ ਦੇ ਉੱਤੇ ਵਰਤ ਰਿਹਾ ਹੈ, ਵਿਚਰ ਰਿਹਾ ਹੈ, ਸਮਾਇਆ ਹੋਇਆ ਹੈ। ਉਹ ਇਸ ਜਗਤ ਤੋਂ ਵੱਖਰਾ ਨਹੀਂ ਹੈ। ਸ਼ਲੋਕ ਮਹਿਲਾ ਦੂਜਾ। ਅੰਧੇ ਕੈ ਰਾਹ ਦੱਸਿਐ, ਅੰਧਾ ਹੋਏ ਸੋ ਜਾਏ। ਰਾਹੇ ਨਹੀਂ ਪੜਨਾ, ਰਾਹ ਪੜਨਾ ਹੈ। ਅੰਧੇ ਕੈ ਰਾਹ ਦੱਸਿਐ, ਦਸੀਏ ਨਹੀਂ ਪੜਨਾ, ਦੱਸਿਐ ਪੜਨਾ ਹੈ। ਦਸੀਏ ਦਾ ਮਤਲਬ ਹੁੰਦਾ ਹੈ ਕਿ ਆਓ ਅਸੀਂ ਦਸੀਏ, ਤੇ ਦੱਸੇ ਦਾ ਮਤਲਬ ਹੈ ਦੱਸਣ ਨਾਲ। ਰਾਹ ਦੱਸੇ ਦਾ ਮਤਲਬ ਰਾਹ ਦੱਸਣ ਨਾਲ। ਅੰਧੇ ਕੇ ਰਾਹ ਦੱਸੇ ਦਾ ਮਤਲਬ ਅੰਨੇ ਦੇ ਰਾਹ ਦੱਸਣ ਨਾਲ, ਕਿ ਜੇ ਕੋਈ ਅੰਨਾ ਬੰਦਾ ਰਾਹ ਦੱਸੇ, ਅੰਧਾ ਹੋਏ ਸੋ ਜਾਏ। ਗੁਰੂ ਜੀ ਕਹਿੰਦੇ ਨੇ, ਮੰਨ ਲਓ ਜੇ ਕੋਈ ਇੱਕ ਅੰਨਾ ਬੰਦਾ ਕਿਸੇ ਨੂੰ ਰਾਹ ਦੱਸੇ ਤਾਂ ਉਸ ਰਾਹ ਤੇ ਉਹ ਹੀ ਜਾਏਗਾ ਜਿਹੜਾ ਆਪ ਵੀ ਅੰਨਾ ਹੋਵੇਗਾ। ਅੰਧੇ ਕੇ ਰਾਹ ਦੱਸੇ, ਅੰਧਾ ਹੋਏ ਸੋ ਜਾਏ। ਯਾਨੀ ਜੇ ਕੋਈ ਅਗਿਆਨੀ ਬੰਦਾ ਗਲਤ ਰਾਹ ਦੱਸੇ ਤਾਂ ਉਸ ਗਲਤ ਰਾਹ ਦੇ ਉੱਤੇ ਅਗਿਆਨੀ ਬੰਦਾ ਹੀ ਜਾਏਗਾ, ਅੰਨਾ ਜਾਏਗਾ। ਸੁਜਾਖਾ ਬੰਦਾ ਉਸ ਰਾਹ ਦੇ ਉੱਤੇ ਨਹੀਂ ਤੁਰੇਗਾ, ਕਿਉਂਕਿ ਉਸ ਬੰਦੇ ਨੂੰ ਪਤਾ ਹੈ ਕਿ ਇਹ ਰਾਸਤਾ ਗਲਤ ਹੈ। ਜੇ ਕੋਈ ਅੰਨਾ ਮਨੁੱਖ ਕਿਸੇ ਹੋਰ ਨੂੰ ਰਾਹ ਦੱਸੇ ਤਾਂ ਉਸ ਰਾਹ ਤੇ ਉਹ ਹੀ ਤੁਰਦਾ ਹੈ ਜੋ ਆਪ ਵੀ ਅੰਨਾ ਹੋਵੇ, ਜਿਹੜਾ ਆਪ ਵੀ ਅਗਿਆਨੀ ਹੋਵੇ। ਅਗਿਆਨੀ ਦੇ ਦੱਸੇ ਰਾਹ ਤੇ ਉਹ ਤੁਰੇਗਾ। ਹੋਏ ਸੁਜਾਖਾ ਨਾਨਕਾ, ਸੋ ਕਿਉਂ ਉਜੜ ਪਾਏ। ਉਜੜ ਦਾ ਮਤਲਬ ਕੁਰਾਏ। ਜੇ ਬੰਦਾ ਸੁਜਾਖਾ ਹੋਵੇ ਤਾਂ ਉਹ ਅੰਨੇ ਬੰਦੇ ਦੇ ਆਖਿਆਂ ਕੁਰਾਏ ਨਹੀਂ ਪੈਂਦਾ। ਹੋਏ ਸੁਜਾਖਾ ਨਾਨਕਾ, ਹੈ ਨਾਨਕ, ਜੇ ਕੋਈ ਬੰਦਾ ਸੁਜਾਖਾ ਹੋਵੇ ਤਾਂ ਉਹ ਕਿਸੇ ਅੰਨੇ ਬੰਦੇ ਦੇ ਦੱਸਣ ਨਾਲ ਗਲਤ ਰਾਹ ਦੇ ਉੱਤੇ ਨਹੀਂ ਪੈਂਦਾ, ਉਹ ਠੀਕ ਰਾਹਾਂ ਤੇ ਹੀ ਜਾਏਗਾ। ਜੇ ਹੁਣ ਇਹ ਗੱਲ ਸਮਝ ਆ ਜਾਏ ਤਾਂ ਦੇਖੋ, ਸਾਨੂੰ ਇੱਕ ਪਲ ਵਿੱਚ ਸਮਝ ਆ ਜਾਏਗੀ। ਜੋ ਲੋਕ ਕਰਮ ਕਾਂਡਾਂ ਦੇ ਅੰਦਰ ਲੱਗੇ ਹੋਏ ਨੇ ਔਰ ਉਹਨਾਂ ਰਾਹੀਂ ਸੁਖ ਭਾਲਣ ਦਾ ਯਤਨ ਕਰ ਰਹੇ ਨੇ, ਉਹਨਾਂ ਕਰਮ ਕਾਂਡਾਂ ਨੂੰ, ਵਿਅਰਥ ਦੇ ਕੰਮਾਂ ਨੂੰ ਧਰਮ ਸਮਝ ਰਹੇ ਨੇ। ਕੌਣ ਲੋਕ ਸਮਝ ਰਹੇ ਨੇ? ਜੋ ਅਗਿਆਨੀਆਂ ਦੇ, ਕਰਮ ਕਾਂਡੀਆਂ ਦੇ ਕਹੇ ਨੂੰ ਮੰਨ ਰਹੇ ਨੇ। ਉਹ ਲੋਕ ਮੰਨ ਰਹੇ ਨੇ ਜੋ ਅਗਿਆਨੀ ਨੇ, ਬੇਸਮਝ ਨੇ। ਜਿਨ੍ਹਾਂ ਨੂੰ ਬਾਣੀ ਦੀ ਸਮਝ ਹੈ ਉਹਨਾਂ ਕਰਮ ਕਾਂਡਾਂ ਨੂੰ ਨਹੀਂ ਮੰਨਣਗੇ, ਉਹਨਾਂ ਰਾਹਾਂ ਤੇ ਨਹੀਂ ਜਾਣਗੇ। ਕਿਉਂ ਜਾਣਗੇ? ਜਦੋਂ ਪਤਾ ਹੈ ਵੀ ਇਹ ਸੱਚ ਹੈ ਤਾਂ ਉਹ ਉਸ ਰਾਹ ਦੇ ਉੱਤੇ ਨਹੀਂ ਤੁਰਨਗੇ। ਹੁਣ ਗੁਰੂ ਜੀ ਅਗਲਾ ਬਚਨ ਕਰਦੇ ਨੇ
अंधे एह ना आखियन जिन मुख लोइण नाहे। इत्थे एह दे हाहे नाल सिहारी लगी है। ਇਹ ਸ਼ਬਦ ਕਈ ਥਾਵਾਂ ਤੇ ਲਿਖਿਆ ਹੁੰਦਾ ਹੈ ਇਹ ਈੜੀ ਦੇ ਨਾਲ ਸਿਹਾਰੀ ਤੇ ਹਾਹਾ। ਕਈਆਂ ਥਾਵਾਂ ਤੇ ਲਿਖਿਆ ਹੁੰਦਾ ਹੈ ਈੜੀ ਦੇ ਨਾਲ ਲਾਂ ਤੇ ਅੱਗੇ ਹਾਹਾ। ਈੜੀ ਨਾਲ ਸਿਹਾਰੀ ਔਰ ਹਾਹਾ, ਈੜੀ ਨਾਲ ਲਾਂ ਤੇ ਹਾਹਾ, ਇਹ ਇੱਕਵਚਨੀ ਸ਼ਬਦ ਨੇ ਤੇ ਇਹਨਾਂ ਤੋਂ ਹਾਹੇ ਨਾਲ ਸਿਹਾਰੀ ਲਗਾ ਕੇ ਇਹਨੂੰ ਬਹੁਵਚਨੀ ਬਣਾਇਆ ਗਿਆ ਹੈ। ਜਦੋਂ ਇਹ ਦੇ ਹਾਹੇ ਨਾਲ ਸਿਹਾਰੀ ਹੋਵੇ ਨਾ ਉਹ ਬਹੁਵਚਨੀ ਸ਼ਬਦ ਹੋਏਗਾ। ਇਹ ਦਾ ਮਤਲਬ ਇੱਕ ਬੰਦੇ ਦੀ ਗੱਲ ਨਹੀਂ, ਇਹ ਦਾ ਮਤਲਬ ਇਹ ਬੰਦੇ। ਅੰਧੇ ਇਹ ਨਾ ਆਖੀਆਂ। ਜੇ ਇੱਕ ਦੀ ਗੱਲ ਹੁੰਦੀ ਤੇ ਸ਼ਬਦ ਹੋਣਾ ਸੀ ਅੰਧਾ, ਇਹ ਨਾ ਆਖੀਏ, ਤੇ ਹਾਹੇ ਨਾਲ ਸਿਹਾਰੀ ਨਹੀਂ ਸੀ ਹੋਣੀ, ਧੱਦੇ ਨਾਲ ਕੰਨਾ ਹੋਣਾ ਸੀ। ਇੱਥੇ ਬਹੁਤਿਆਂ ਦੀ ਗੱਲ ਹੈ ਅੰਧੇ। ਅੰਨੇ ਉਹ ਬੰਦੇ ਨਹੀਂ ਕਹੇ ਜਾਂਦੇ ਜਿਨ ਮੁਖ ਲੋਇਣ ਨਾ ਹੈ। ਮੁਖ ਦਾ ਮਤਲਬ ਮੂੰਹ, ਚਿਹਰਾ, ਲੋਇਣ ਦਾ ਮਤਲਬ ਅੱਖਾਂ। ਇਹੋ ਜਿਹੇ ਬੰਦਿਆਂ ਨੂੰ ਅੰਨੇ ਨਹੀਂ ਕਿਹਾ ਜਾਣਾ ਚਾਹੀਦਾ ਜਿਨ੍ਹਾਂ ਦੇ ਚਿਹਰੇ ਤੇ ਅੱਖਾਂ ਨਹੀਂ ਹਨ। ਜਿਨ੍ਹਾਂ ਦੇ ਚਿਹਰੇ ਤੇ ਅੱਖਾਂ ਨਹੀਂ, ਕੁਦਰਤੀ ਨਹੀਂ ਹਨ, ਕੁਦਰਤ ਦੇ ਸਿਸਟਮ ਦੇ ਅੰਦਰ, ਰੱਬੀ ਰਜ਼ਾ ਦੇ ਅੰਦਰ ਉਹਨਾਂ ਦੀਆਂ ਨਹੀਂ ਹਨ, ਤਾਂ ਗੁਰੂ ਜੀ ਕਹਿੰਦੇ ਨੇ ਐਸੇ ਬੰਦਿਆਂ ਨੂੰ ਅੰਨਾ ਨਹੀਂ ਕਿਹਾ ਜਾਣਾ ਚਾਹੀਦਾ। ਸਗੋਂ ਅੰਧੇ ਸਈ ਨਾਨਕਾ ਖਸਮਹੁ ਕੁੱਥੇ ਜਾਹੇ। ਕੁੱਥੇ ਦਾ ਮਤਲਬ ਖੁੰਝੇ ਹੋਏ ਨੇ। ਅਸਲ ਦੇ ਅੰਦਰ ਅੰਨੇ ਬੰਦੇ ਉਹ ਨੇ, ਅਗਿਆਨੀ ਬੰਦੇ ਉਹ ਨੇ ਜਿਹੜੇ ਮਾਲਕ ਤੋਂ ਖੁੰਝੇ ਹੋਏ ਨੇ, ਜੋ ਸੱਚ ਨੂੰ ਛੱਡ ਕੇ ਗਲਤ ਰਾਹਾਂ ਤੇ ਪੈ ਗਏ ਨੇ, ਝੂਠ ਦੇ ਰਾਹ ਤੇ ਪੈ ਗਏ ਨੇ, ਜੋ ਗੁਨਾਹ ਨੂੰ ਛੱਡ ਕੇ ਅਵਗੁਣਾਂ ਦੇ ਰਾਹ ਤੇ ਪੈ ਗਏ ਨੇ, ਜੋ ਇਨਸਾਨੀਅਤ ਨੂੰ ਛੱਡ ਕੇ ਗੈਰ ਇਨਸਾਨੀਅਤ ਦੇ, ਹੈਵਾਨੀਅਤ ਦੇ ਰਾਹ ਦੇ ਉੱਤੇ ਪੈ ਗਏ ਨੇ। ਅਸਲੀ ਅੰਨੇ ਉਹ ਨੇ ਜੋ ਜੀਵਨ ਦੇ ਅਸਲ ਸਫ਼ਰ ਤੋਂ ਖੁੰਝੇ ਹੋਏ ਨੇ, ਜਿਨ੍ਹਾਂ ਨੇ ਸਚਿਆਰਤਾ ਦੇ ਰਾਹ ਨੂੰ ਛੱਡ ਦਿੱਤਾ ਹੈ। ਅਸਲੀ ਅਗਿਆਨੀ ਅੰਨੇ ਬੰਦੇ ਉਹ ਨੇ। ਮਹਿਲਾ ਦੂਜਾ, ਸਾਹਿਬ ਅੰਧਾ ਜੋ ਕੀਆ ਕਰੇ ਸੁਜਾਖਾ ਹੋਏ। ਜਿਸ ਨੂੰ ਮਾਲਕ ਨੇ ਅੰਨਾ ਕਰ ਦਿੱਤਾ ਹੈ ਉਹ ਸੁਜਾਖਾ ਵੀ ਤਾਂ ਹੀ ਹੋ ਸਕਦਾ ਹੈ ਜੇ ਪ੍ਰਭੂ ਉਹਨੂੰ ਸੁਜਾਖਾ ਕਰੇ। ਹੁਣ ਦੇਖੋ ਇਹ ਚੀਜ਼ ਬੜੇ ਗੌਰ ਨਾਲ ਸਮਝਣ ਵਾਲੀ ਹੈ। ਜੋ ਅਗਿਆਨਤਾ ਦੇ ਰਾਹ ਦੇ ਉੱਤੇ ਗਏ ਨੇ ਨਾ, ਜਿਹੜੇ ਲੋਕ ਕਰਮਕਾਂਡੀ ਨੇ ਜਾਂ ਪਾਪ ਕਰਮ ਕਮਾ ਰਹੇ ਨੇ, ਔਰ ਉਹ ਐਸੇ ਬਣ ਗਏ ਨੇ, ਕਰਮਕਾਂਡੀ ਬਣ ਗਏ ਨੇ, ਝੂਠੇ ਬਣ ਗਏ ਨੇ, ਫਰੇਬੀ ਬਣ ਗਏ ਨੇ, ਜਾਂ ਠੱਗ ਨੇ, ਜਾਂ ਚੋਰ ਨੇ, ਜਾਂ ਨਸ਼ਈ ਹੋ ਗਏ, ਵਿਸ਼ਈ ਹੋ ਗਏ, ਵਿਕਾਰੀ ਹੋ ਗਏ। ਕਿਉਂ ਹੋ ਗਏ? ਕਿਉਂਕਿ ਸਿਸਟਮ ਹੈ ਕੁਦਰਤ ਦਾ ਕਿ ਜੈਸਾ ਬੰਦਾ ਸੋਚੇਗਾ, ਜੈਸਾ ਬੋਲੇਗਾ, ਜੈਸਾ ਕਰੇਗਾ, ਵੈਸੇ ਉਹਦੇ ਅੰਦਰ ਸੰਸਕਾਰ ਪੈਦਾ ਹੁੰਦੇ ਜਾਣਗੇ ਔਰ ਵੈਸਾ ਹੀ ਉਹ ਬਣ ਜਾਏਗਾ। ਨਿਊਰੋਨਲ ਪੈਟਰਨ ਬਣ ਜਾਏਗਾ, ਵੈਸਾ ਬਣ ਜਾਏਗਾ। ਜੇ ਕੋਈ ਚੰਗਾ ਸੋਚੇਗਾ, ਪੋਜ਼ਿਟਿਵ ਸੋਚੇਗਾ, ਪੋਜ਼ਿਟਿਵ ਬੋਲੇਗਾ, ਉਸ ਦੀਆਂ ਆਦਤਾਂ ਚੰਗੀਆਂ ਬਣ ਜਾਣਗੀਆਂ ਤਾਂ ਉਹ ਬੰਦਾ ਚੰਗਾ ਬਣ ਜਾਏਗਾ। ਹੁਣ ਇਸ ਦੋਵੇਂ ਸਿਸਟਮ ਵਿੱਚ ਨੇ ਨਾ, ਇਹ ਗੱਲ ਥੋੜੀ ਜਿਹੀ ਬਾਰੀਕੀ ਨਾਲ ਸਮਝ ਵਿੱਚ ਆਏਗੀ, ਪਰ ਆ ਜਾਏਗੀ ਕਿਉਂਕਿ ਤੁਸੀਂ ਸਾਰੇ ਸਮਝਦੇ ਹੋ ਇਸ ਗੱਲ ਨੂੰ ਚੰਗੀ ਤਰ੍ਹਾਂ। ਕਾਫੀ ਲੰਬਾ ਸਮਾਂ ਹੋ ਗਿਆ ਸਾਨੂੰ ਆਪਾਂ ਵਿਚਾਰਾਂ ਕਰਦੇ ਹਾਂ। ਸਿਸਟਮ ਹੈ, ਉਹ ਸਿਸਟਮ ਦੇ ਅੰਦਰ ਕੋਈ ਅੰਨਾ ਹੋ ਗਿਆ ਔਰ ਕੋਈ ਸੁਜਾਖਾ ਹੋ ਗਿਆ। ਹੁਣ ਜੇ ਕਿਸੇ ਨੇ ਵਿਕਾਰੀ ਸੋਚ ਕੇ, ਬੋਲ ਕੇ, ਮਾੜੇ ਕਰਮ ਕਰ ਕਰਕੇ ਆਪਣੇ ਅੰਦਰ ਨਿਊਰੋਨਲ ਪੈਟਰਨ ਬਣਾ ਲਿਆ ਹੈ ਨੈਗੇਟਿਵਿਟੀ ਦਾ, ਪਾਪਾਂ ਅਪਰਾਧਾਂ ਦਾ, ਤੇ ਜੇ ਹੁਣ ਉਹ ਬੰਦਾ ਸੁਧਰਨਾ ਚਾਹੇ ਤਾਂ ਉਹਦੇ ਵਾਸਤੇ ਉਹਨੂੰ ਸਿਸਟਮ ਹੀ ਫੋਲੋ ਕਰਨਾ ਪੈਣਾ ਹੈ। ਨਵੀਆਂ ਆਦਤਾਂ ਡਿਵੈਲਪ ਕਰਨੀਆਂ ਪੈਣੀਆਂ ਨੇ, ਸ਼ੁਭ ਗੁਣਾਂ ਦੇ ਨਾਲ ਜੁੜਨਾ ਪੈਣਾ ਹੈ। ਉਹੀ ਸਿਸਟਮ ਹੈ ਜਿਸ ਸਿਸਟਮ ਦੇ ਅੰਦਰ ਉਹ ਪਾਪੀ ਹੋ ਗਿਆ, ਉਸੇ ਸਿਸਟਮ ਦੇ ਅੰਦਰ ਹੀ ਉਹ ਪੁੰਨੀ ਵੀ ਹੋਵੇਗਾ, ਧਰਮੀ ਵੀ ਹੋਵੇਗਾ। ਜੇ ਸਿੱਧੇ ਰਾਹ ਦੇ ਉੱਤੇ ਚੱਲੇਗਾ ਤਾਂ ਹੌਲੇ ਹੌਲੇ ਉਹਦੀਆਂ ਆਦਤਾਂ ਬਦਲ ਜਾਣਗੀਆਂ, ਉਹ ਸੱਚਾ ਹੋ ਜਾਏਗਾ। ਤਾਂ ਰੱਬੀ ਰਜ਼ਾ ਦੇ ਵਿੱਚ ਹੀ ਕੋਈ ਅਗਿਆਨੀ ਔਰ ਕੋਈ ਗਿਆਨਵਾਨ ਹੁੰਦਾ ਹੈ। ਜੇਹਾ ਜਾਣੈ ਇਹੋ ਵਰਤੈ ਜੇ 100 ਆਖੈ ਕੋਈ। ਹੁਣ ਜੇਹਾ ਜਾਣੇ ਦਾ ਮਤਲਬ ਅੰਨਾ ਮਨੁੱਖ, ਜਿਹੜਾ ਅਗਿਆਨੀ ਮਨੁੱਖ ਹੈ, ਜਿਵੇਂ ਸਮਝਦਾ ਹੈ, ਜਿਵੇਂ ਦੀ ਉਹਦੀ ਸਮਝ ਹੈ, ਤੇਹੋ ਜਾਣੈ, ਉਹੋ ਜਿਹਾ ਹੀ ਉਹ ਗਿਆਨ ਰੱਖਦਾ ਹੈ, ਉਸੇ ਤਰ੍ਹਾਂ ਹੀ ਉਹ ਕਰੀ ਜਾਂਦਾ ਹੈ। ਤੇਹੋ ਵਰਤੈ, ਜੇਹਾ ਜਾਣੈ ਤੇਹੋ ਵਰਤੈ, ਉਸੇ ਤਰ੍ਹਾਂ ਹੀ ਉਹ ਵਰਤਦਾ ਹੈ, ਜ਼ਿੰਦਗੀ ਜੀਂਦਾ ਹੈ।
जे 100 आखे कोई दा मतलब बेशक ਉਹਨੂੰ ਸੈਂਕੜੇ ਵਾਰੀ ਵੀ ਕੋਈ ਸਮਝਾਏ, ਜਿਹੋ ਜਿਹਾ ਉਹ ਜਾਣਦਾ ਹੈ, ਜਿਹੋ ਜਿਹੀ ਉਹਦੀ ਸਮਝ ਹੈ, ਉਸੇ ਤਰ੍ਹਾਂ ਹੀ ਵਰਤੀ ਜਾਂਦਾ। ਲੋਕ ਨਹੀਂ ਸਮਝਦੇ ਹੁਣ, ਕਿਉਂਕਿ ਅੰਦਰ ਸਮਝ ਦੇ ਇੱਕ ਚੀਜ਼ ਬਹਿ ਗਈ ਹੈ, ਸਬਕੌਂਸ਼ੀਅਸ ਮਾਈਂਡ ਦੇ ਅੰਦਰ ਚੀਜ਼ ਚਲੀ ਗਈ ਹੈ, ਪੱਕੀਆਂ ਆਦਤਾਂ ਬਣ ਗਈਆਂ ਨੇ, ਮਨ ਦੇ ਅੰਦਰ ਇੱਕ ਪੱਕਾ ਵਿਸ਼ਵਾਸ ਬਣ ਗਿਆ ਕਿ ਮੇਰੀ ਜ਼ਿੰਦਗੀ ਠੀਕ ਹੈ। ਸੈਂਕੜੇ ਵਾਰ ਵੀ ਸਮਝਾਓ, ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ, ਉਹ ਸਮਝਦੇ ਨਹੀਂ, ਮੰਨਦੇ ਨਹੀਂ ਹੈ। ਕਿੰਨੇ ਡਰੱਗੀ ਲੋਕ ਨੇ, ਉਹਨਾਂ ਨੂੰ ਸਮਝਾਓ ਕਿ ਤੁਹਾਡਾ ਫਾਈਨੈਂਸ਼ਲੀ ਨੁਕਸਾਨ ਹੋ ਰਿਹਾ ਹੈ, ਵੇਖ ਤੂੰ ਆਪਣੀ ਸਿਹਤ ਖਰਾਬ ਕਰ ਲਈ ਹੈ, ਤੇਰੇ ਰਿਸ਼ਤੇ ਖਰਾਬ ਹੋ ਰਹੇ ਨੇ, ਆ ਦੇਖ ਬੱਚੇ ਤੇਰੇ ਵਿਚਾਰੇ ਭੁੱਖੇ ਕਲਪਦੇ ਨੇ ਤੇ ਤੂੰ ਸ਼ਰਾਬਾਂ ਪੀ ਪੀ ਕੇ। ਉਹ ਹਾਂ ਹਾਂ ਕਹੇਗਾ ਤੇ ਸਹੀ, ਲੇਕਿਨ ਸ਼ਾਮ ਨੂੰ ਫਿਰ ਪੀਤੀ ਹੋਈ ਉਹਨੇ। ਨਹੀਂ ਸਮਝਦੇ ਨਾ। ਕਈ ਲੋਕ ਨੇ ਆਪਸ ਦੇ ਅੰਦਰ, ਘਰਾਂ ਦੇ ਪਰਿਵਾਰਾਂ ਦੇ ਵਿੱਚ ਲੜਾਈ ਹੁੰਦੀ ਹੈ ਪਤੀ ਪਤਨੀ ਦੀ, ਤੇ ਉਹਨਾਂ ਨੂੰ ਸਮਝਾਓ, ਲੇਕਿਨ ਆਦਤ ਬਣ ਗਈ ਹੈ, ਨਹੀਂ ਸਮਝਦੇ। ਤਲਾਕ ਹੋ ਜਾਏਗੀ, ਨਹੀਂ ਸਮਝਦੇ। ਇਸੇ ਤਰ੍ਹਾਂ ਭਰਾ ਨੇ, ਭੈਣਾਂ ਨੇ, ਸਮਾਜ ਦੇ ਹੋਰ ਲੋਕ ਨੇ, ਲੋਕ ਨਹੀਂ ਸਮਝਦੇ। ਕਿੰਨੇ ਕਰੜੇ ਕਾਨੂੰਨ ਬਣੇ ਨੇ, ਚੋਰੀ ਕਰਿਆ ਸਜ਼ਾ ਹੋਏਗੀ, ਰਿਸ਼ਵਤ ਲੈਣ ਨਾਲ ਸਜ਼ਾ ਹੋਏਗੀ, ਲੇਕਿਨ ਲੋਕ ਨਹੀਂ ਸਮਝਦੇ, ਕਿਉਂਕਿ ਅੰਦਰ ਆਪਣੇ ਉਹਨਾਂ ਨੇ ਸਬਕੌਂਸ਼ੀਅਸ ਮਾਈਂਡ ਦੇ ਅੰਦਰ ਉਹਨਾਂ ਨੇ ਆਦਤਾਂ ਬਣਾ ਲਈਆਂ ਨੇ। ਜਿਹੋ ਜਿਹੀ ਉਹਦੀ ਸਮਝ ਬਣ ਚੁੱਕੀ ਹੈ, ਉਸੇ ਤਰ੍ਹਾਂ ਉਹ ਵਰਤੀ ਜਾਂਦਾ, ਭਾਵੇਂ ਸੈਂਕੜੇ ਵਾਰੀ ਵੀ ਕੋਈ ਆਖੀ ਜੋ। ਜਿਹਾ ਜਾਣੈ ਤੇਹੋ ਵਰਤੈ, ਜੇ 100 ਆਖੇ ਕੋਏ, ਜੇ ਸੈਂਕੜੇ ਵਾਰ ਵੀ ਕੋਈ ਅਗਿਆਨੀ ਬੰਦੇ ਨੂੰ ਕਹੇ, ਪਰ ਜਿਹੋ ਜਿਹੀ ਉਹਨੇ ਸਮਝ ਬਣਾ ਲਈ ਹੈ, ਉਹ ਉਸੇ ਤਰ੍ਹਾਂ ਹੀ ਵਰਤੀ ਜਾਂਦਾ ਹੈ, ਕਰੀ ਜਾਂਦਾ ਹੈ। ਜਿੱਥੇ ਸੋ ਵਸਤ ਨਾ ਜਾਪਈ, ਆਪੇ ਵਰਤੋ ਜਾਣ। ਜਿੱਥੇ ਦਾ ਮਤਲਬ, ਜਿੱਥੇ ਅਸਲ ਵਸਤੂ ਪਛਾਣੀ ਨਹੀਂ ਜਾਂਦੀ। ਜਾਪਈ, ਜਾਪਈ ਦਾ ਮਤਲਬ ਹੁੰਦਾ ਹੈ ਜਾਪਣਾ, ਯਾਨੀ ਜਾਣਨਾ, ਸਮਝਣਾ। ਜਪ ਦਾ ਮਤਲਬ ਜਾਣਨਾ, ਜਾਪਈ ਦਾ ਮਤਲਬ ਜਾਪਦੀ ਨਹੀਂ, ਦਿਸਦੀ ਨਹੀਂ, ਜਾਣੀ ਨਹੀਂ ਜਾਂਦੀ। ਜਿਸ ਮਨੁੱਖ ਦੇ ਅੰਦਰ ਸੱਚ ਰੂਪ ਵਸਤੂ ਦੀ ਪਛਾਣ ਨਹੀਂ ਹੈ, ਸੋਝੀ ਨਹੀਂ ਹੈ, ਜਿੱਥੇ ਸੋ ਵਸਤ ਨਾ ਜਾਪੀ, ਜਿੱਥੇ ਗੁਰੂ ਦਾ ਗਿਆਨ, ਰੱਬੀ ਹੁਕਮ, ਰੱਬੀ ਗੁਣ ਨਾ ਜਾਪਈ ਦਾ ਮਤਲਬ ਨਹੀਂ ਜਾਪਦੇ, ਪ੍ਰਗਟ ਨਹੀਂ ਹੈ, ਵਰਤੋਂ ਨਹੀਂ ਹੈ। ਆਪੇ ਵਰਤੋ ਜਾਣ, ਆਪੇ ਦਾ ਮਤਲਬ ਆਪਾ ਭਾਵ ਹਉਮੈ। ਆਪੇ ਵਰਤੋਂ ਦਾ ਮਤਲਬ ਆਪੇ ਭਾਵ ਦੀ ਵਰਤੋਂ, ਆਪਣੀ ਸਮਝ ਦੀ ਵਰਤੋਂ। ਹਉਮੈ ਦਾ ਜ਼ੋਰ, ਜਾਣੋ ਦਾ ਮਤਲਬ, ਜਾਣ ਦਾ ਮਤਲਬ ਜਾਣੋ। ਤਾਂ ਜਿਸ ਮਨੁੱਖ ਦੇ ਅੰਦਰ ਸ਼ੁਭ ਗੁਣਾਂ ਦੀ ਸੂਝ ਨਹੀਂ ਹੈ, ਉਥੇ ਆਪਾ ਭਾਵ ਦੀ ਵਰਤੋਂ ਹੋ ਰਹੀ ਜਾਣੋ, ਉਥੇ ਹਉਮੈ ਸਮਝੋ। ਹਉਮੈ ਉਥੇ ਵਰਤ ਰਹੀ ਹੈ, ਕਿੱਥੇ? ਜਿੱਥੇ ਸ਼ੁਭ ਗੁਣ ਨਹੀਂ, ਤਾਂ ਉੱਥੇ ਸਮਝੋ ਹਉਮੈ ਦੀ ਵਰਤੋਂ ਹੋ ਰਹੀ ਹੈ, ਆਪੇ ਭਾਵ ਦੀ ਵਰਤੋਂ ਹੋ ਰਹੀ ਹੈ, ਆਪ ਹੁਦਰੇਪਨ ਦੀ ਵਰਤੋਂ ਹੋ ਰਹੀ ਹੈ। ਨਾਨਕ ਗਾਹਕ ਕਿਉਂ ਲੈ ਸਕੈ ਨਾ ਵਸਤ ਪਛਾਣ। हे ਨਾਨਕ, ਗਾਹਕ ਜਿਸ ਸੌਦੇ ਨੂੰ ਪਛਾਣ ਹੀ ਨਹੀਂ ਸਕਦਾ, ਉਹਨੂੰ ਉਹ ਵਿਹਾਜੇ ਕਿਵੇਂ? ਨਾਨਕ ਗਾਹਕ ਕਿਉਂ ਲੈ, ਜਿਹੜਾ ਗ੍ਰਾਹਕ ਸਕੈ ਨਾ ਵਸਤ ਪਛਾਣ, ਜਿਹੜਾ ਵਸਤੂ ਨੂੰ ਪਛਾਣ ਹੀ ਨਹੀਂ ਸਕਦਾ, ਉਸ ਵਸਤੂ ਨੂੰ ਕਿਵੇਂ ਖਰੀਦੇ? ਹੁਣ ਜਿਸ ਨੂੰ ਹੀਰੇ ਦੀ ਪਹਿਚਾਣ ਹੀ ਨਹੀਂ ਹੈ, ਹੀਰੇ ਦੀ ਸਾਰ ਨਹੀਂ ਹੈ, ਤਾਂ ਉਹ ਹੀਰੇ ਨੂੰ ਕਿਵੇਂ ਖਰੀਦੇਗਾ? ਉਹ ਤੇ ਕੌਡੀਆਂ ਹੀ ਖਰੀਦੇਗਾ, ਕਿਉਂਕਿ ਉਹਨੂੰ ਸਮਝ ਹੀ ਨਹੀਂ ਹੈ। ਜਿਸ ਚੀਜ਼ ਬਾਰੇ ਨੌਲੇਜ ਨਹੀਂ, ਜਿਸ ਬਾਰੇ ਗਿਆਨ ਨਹੀਂ, ਜਿਹਦੀ ਕਦਰ ਨਹੀਂ, ਉਹ ਚੀਜ਼ ਨੂੰ ਨਹੀਂ ਖਰੀਦੇਗਾ। ਲੇਕਿਨ ਜਿਸ ਨੂੰ ਕਦਰ ਹੈ, ਉਹ ਉਹਨੂੰ ਮਹਿੰਗੇ ਭਾਅ ਵੀ ਖਰੀਦੇਗਾ। ਹੁਣ ਜਿਨ੍ਹਾਂ ਨੂੰ ਸੱਚ ਦੀ ਕਦਰ ਨਹੀਂ, ਇਨਸਾਨੀਅਤ ਦੀ ਕਦਰ ਨਹੀਂ, ਦਇਆ ਦੀ ਕਦਰ ਨਹੀਂ, ਉਹ ਲੋਕ ਇਹਨਾਂ ਗੁਣਾਂ ਦੀ ਵਰਤੋਂ ਨਹੀਂ ਕਰਦੇ। ਕਿ ਨਾਨਕ ਗਾਹਕ ਕਿਉਂ ਲੈ ਸਕੈ ਨਾ ਵਸਤ ਪਛਾਣ, ਤਾਂ ਜਿਸ ਬੰਦੇ ਨੂੰ ਪਹਿਚਾਨ ਨਹੀਂ ਹੈ, ਉਹ ਵਸਤੂ ਨੂੰ ਖਰੀਦੇਗਾ ਨਹੀਂ। ਤਾਂ ਮੈਂ ਬੇਨਤੀ ਕਰ ਰਿਹਾ ਸਾਂ, ਜਿਨ੍ਹਾਂ ਨੂੰ ਵਸਤੂ ਦੀ ਪਛਾਣ ਹੈ, ਉਹਨਾਂ ਨੇ ਸ਼ੀਸ਼ ਦੇ ਕੇ ਇਹ ਵਸਤੂਆਂ ਖਰੀਦੀਆਂ ਨੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਆਰੇ ਦੇ ਨਾਲ ਆਪਣੇ ਆਪ ਨੂੰ ਚਿਰਾ ਗਏ ਨੇ, ਲੇਕਿਨ ਇਹ ਵਸਤੂ ਨੂੰ ਖਰੀਦਿਆ ਹੈ। ਉਹਨਾਂ ਨੂੰ ਇਨਸਾਨੀਅਤ ਦੀ ਕਦਰ ਹੈ, ਉਹਨਾਂ ਨੂੰ ਸ਼ੁਭ ਗੁਣਾਂ ਦੀ ਕਦਰ ਹੈ। ਦੁਨੀ ਚੰਦ ਨੂੰ ਨਹੀਂ ਕਦਰ, ਤਾਂ ਉਹ ਆਪਣੇ ਸਾਥੀਆਂ ਸਮੇਤ ਭੱਜ ਗਿਆ ਹੈ। ਪਰ ਭਾਈ ਬਚਿੱਤਰ ਸਿੰਘ ਨੂੰ ਕਦਰ ਹੈ, ਤਾਂ ਉਹ ਮੈਦਾਨੇ ਜੰਗ ਦੇ ਅੰਦਰ ਜੂਝ ਰਿਹਾ ਹੈ। ਹੁਣ ਦੇਖੋ, ਗੁਰੂ ਨਾਨਕ ਦੇਵ ਦਾ ਸੁਪੁੱਤਰ ਹੈ ਭਾਈ ਆਪਣਾ ਸ੍ਰੀ ਚੰਦ, ਨਹੀਂ ਕਦਰ, ਤਾਂ ਨਹੀਂ ਅਪਣਾਇਆ, ਉਹ ਹੋਰ ਰਾਸਤੇ ਦੇ ਉੱਤੇ ਤੁਰ ਗਿਆ। ਪ੍ਰਿਥੀ ਨੂੰ ਨਹੀਂ ਕਦਰ। ਤਾਂ ਜਿਨ੍ਹਾਂ ਨੂੰ ਕਦਰ ਹੈ,
ਉਹ ਖਰੀਦਣਗੇ। ਗੁਰੂ ਜੀ ਕਹਿੰਦੇ ਨੇ ਜਿਸ ਬੰਦੇ ਨੂੰ ਕਿਸੇ ਚੀਜ਼ ਦੀ ਕਦਰ ਹੀ ਨਹੀਂ ਹੈ, ਉਹ ਗ੍ਰਾਹਕ ਉਸ ਵਸਤੂ ਨੂੰ ਕਿਉਂ ਲਵੇਗਾ। ਇਸ ਲਈ ਇਹ ਸਤ, ਸੰਤੋਖ, ਦਇਆ, ਧਰਮ, ਧੀਰਜ, ਇਨਸਾਨੀਅਤ ਆਦਿ ਬੜੀਆਂ ਕੀਮਤੀ ਚੀਜ਼ਾਂ ਨੇ। ਇਹਨਾਂ ਨੂੰ ਉਹੀ ਖਰੀਦਦੇ ਔਰ ਵਿਹਾਜਦੇ ਨੇ ਜਿਨ੍ਹਾਂ ਨੂੰ ਕਦਰ ਹੁੰਦੀ ਹੈ। ਮਹਿਲਾ ਦੂਜਾ, ਸੋ ਕਿਉਂ ਅੰਧਾ ਆਖੀਐ ਜੇ ਹੁਕਮੋਂ ਅੰਧਾ ਹੋਏ। ਹੁਕਮੋਂ ਦਾ ਮਤਲਬ ਹੁਕਮ ਨਾਲ ਰਜ਼ਾ ਵਿੱਚ, ਅੰਧਾ ਦਾ ਮਤਲਬ ਨੇਤਰਹੀਣ। ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿੱਚ ਨੇਤਰਹੀਣ ਹੋ ਗਿਆ, ਉਹਦਾ ਹੁਣ ਕਸੂਰ ਕੀ ਹੈ ਵਿਚਾਰੇ ਦਾ। ਸਿਸਟਮ ਹੈ, ਕਈ ਜਨਮ ਤੋਂ ਹੀ ਅੰਧੇ ਨੇ, ਹੁਣ ਉਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਹੈ। ਅੱਖ ਦੇ ਵਿੱਚ ਕੋਈ ਚੀਜ਼ ਪੈ ਗਈ, ਬਿਮਾਰੀ ਨਾਲ ਮੋਤੀਆ ਵਗੈਰਾ, ਕਿਸੇ ਤਰ੍ਹਾਂ ਅੰਧਾ ਹੋ ਗਿਆ, ਸਿਸਟਮ ਵਿੱਚ ਹੁਣ ਉਹਦਾ ਕਸੂਰ ਨਹੀਂ। ਅੰਨਾ ਹੋਣਾ ਨਹੀਂ ਨਾ ਚਾਹੁੰਦਾ ਬੰਦਾ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜਾ ਰੱਬੀ ਰਜ਼ਾ ਦੇ ਅੰਦਰ, ਸਿਸਟਮ ਦੇ ਅੰਦਰ ਅੰਨਾ ਹੋ ਗਿਆ, ਉਹਨੂੰ ਅੰਨਾ ਕਿਉਂ ਆਖਣਾ ਹੋਇਆ, ਉਹਦੀ ਮਜਬੂਰੀ ਹੈ। ਨਾਨਕ ਹੁਕਮ ਨਾ ਬੁੱਝਈ ਅੰਧਾ ਕਹੀਐ ਸੋਏ। ਅਸਲੀ ਅੰਨਾ ਉਹ ਜਿਹੜਾ ਹੁਕਮ ਨੂੰ ਨਹੀਂ ਸਮਝਦਾ। ਇੱਕ ਤਾਂ ਹੁਕਮ ਵਿੱਚ ਅੰਨਾ ਹੋ ਗਿਆ, ਉਹ ਤਾਂ ਹੋ ਗਿਆ। ਅਸਲੀ ਅੰਨਾ ਉਹ ਹੈ ਜਿਹੜਾ ਹੁਕਮ ਨੂੰ ਨਹੀਂ ਸਮਝਦਾ, ਹੁਕਮ ਨੂੰ ਫੋਲੋ ਨਹੀਂ ਕਰਦਾ, ਜਿਹੜਾ ਸਿਸਟਮ ਨੂੰ ਨਹੀਂ ਸਮਝਦਾ, ਜੋ ਲਾ ਆਫ ਨੇਚਰ ਨੂੰ ਨਹੀਂ ਸਮਝਦਾ। ਅਸਲੀ ਅੰਨਾ ਉਹ ਹੈ। ਹੁਣ ਦੇਖੋ ਇਹ ਚੀਜ਼ ਨੂੰ ਆਪਾਂ ਗੌਰ ਨਾਲ ਸਮਝੀਏ। ਜਿਹੜੇ ਸਾਡੇ ਘਰ ਪਰਿਵਾਰ ਨੇ, ਸਾਡੇ ਸੰਬੰਧ ਨੇ, ਭੈਣ ਭਰਾ ਨੇ ਜਾਂ ਰਿਸ਼ਤੇਦਾਰ ਨੇ, ਸੱਜਣ ਮਿੱਤਰ ਨੇ, ਉਹਨਾਂ ਵਿੱਚ ਹਿੰਦੂ, ਮੁਸਲਮਾਨ, ਈਸਾਈ, ਸਿੱਖ ਸਾਰੇ ਆ ਗਏ। ਹੁਣ ਇੱਕ ਸਿਸਟਮ ਹੈ ਨਾ ਕਿ ਜੇ ਹਰ ਬੰਦਾ ਸੱਚ ਬੋਲੇ, ਦਇਆ ਦਾ ਧਾਰਨੀ ਹੋਏ, ਪਿਆਰ ਦੇ ਨਾਲ ਰਹੇ, ਤਾਂ ਸੰਸਾਰ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਇਹ ਗੱਲ ਦੀ ਸਮਝ ਹੈ। ਤੇ ਹੁਣ ਅਸਲੀ ਅੰਨਾ ਫਿਰ ਉਹ ਹੀ ਹੋਇਆ ਨਾ ਜਿਹੜਾ ਸਮਝਦਾ ਹੋਇਆ ਵੀ ਇਹਨਾਂ ਗੁਣਾਂ ਦਾ ਧਾਰਨੀ ਨਾ ਹੋਵੇ। ਅਸਲੀ ਅੰਨਾ ਉਹ ਹੋਇਆ ਨਾ ਜਿਹੜਾ ਇਸ ਹੁਕਮ ਨੂੰ ਨਹੀਂ ਸਮਝ ਰਿਹਾ ਔਰ ਸਾਰਾ ਕੁਝ ਹੁੰਦਿਆਂ ਹੋਇਆਂ ਦੁਖੀ ਹੈ। ਜਿਵੇਂ ਮੈਂ ਗੱਲਾਂ ਬਹੁਤ ਵਾਰ ਰਿਪੀਟ ਕਰੀਆਂ ਨੇ, ਧਰਤੀ, ਚੰਦਰਮਾ, ਖੰਡ ਮੰਡਲ, ਬ੍ਰਹਿਮੰਡ, ਕਿੰਨਾ ਕੁਛ ਹੈ, ਕਿੰਨੇ ਕਿਸਮ ਦੇ ਫਲ ਫੁੱਲ ਨੇ, ਅਨਾਜ ਨੇ, ਸੋਨਾ ਚਾਂਦੀ ਹੈ, ਹੀਰੇ ਜਵਾਹਰਾਤ ਦੀਆਂ ਖਾਨਾਂ ਨੇ, ਭੈਣ ਭਰਾ ਨੇ, ਧੀਆਂ ਪੁੱਤਰ ਨੇ, ਜ਼ਮੀਨ ਜਾਇਦਾਦ ਨੇ, ਸਾਰਾ ਕੁਝ ਤੇ ਹੈ। ਤੇ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਬੰਦਾ ਦੁਖੀ ਹੈ, ਅੰਨਾ ਹੀ ਹੋਇਆ ਨਾ ਫਿਰ, ਜਿਹੜਾ ਹੁਕਮ ਨੂੰ ਸਮਝ ਨਹੀਂ ਰਿਹਾ, ਸਿਸਟਮ ਨੂੰ ਸਮਝ ਨਹੀਂ ਰਿਹਾ। ਤਾਂ ਗੁਰੂ ਜੀ ਕਹਿੰਦੇ ਨੇ ਅਸਲੀ ਅੰਨਾ ਉਹ ਹੈ ਜੋ ਰੱਬੀ ਹੁਕਮ ਨੂੰ ਨਹੀਂ ਸਮਝਦਾ, ਭਾਵ ਰੱਬੀ ਹੁਕਮ ਨੂੰ ਫੋਲੋ ਨਹੀਂ ਕਰ ਰਿਹਾ। ਪੌੜੀ, ਕਾਇਆ ਅੰਦਰ ਗੜ ਕੋਟ ਹੈ ਸਭ ਦਿਸੰਤਰ ਦੇਸਾ। ਕੋਟ ਦਾ ਮਤਲਬ ਕਿਲਾ, ਕਾਇਆ ਅੰਦਰ ਦਾ ਮਤਲਬ ਸਰੀਰ ਵਿੱਚ, ਗੜ ਦਾ ਮਤਲਬ ਕਿਲਾ, ਕੋਟ ਕਿਲਾ ਹਿਰਦਾ, ਮਨੁੱਖ ਦੀ ਸੋਚ। ਸਭ ਦਿਸੰਤਰ ਦੇਸਾਂ ਦਾ ਮਤਲਬ ਜਿੰਨੇ ਵੀ ਦੇਸ਼ ਦੇਸ਼ਾਂਤਰ ਨੇ। ਤਾਂ ਮਨੁੱਖਾ ਸਰੀਰ ਅੰਦਰ ਰੱਬ ਦਾ ਕਿਲਾ ਹੈ, ਕਾਇਆ ਅੰਦਰ ਗੜ ਕੋਟ ਹੈ। ਇਹ ਸਰੀਰ ਦੇ ਅੰਦਰ ਰੱਬ ਦਾ ਨਿਵਾਸ ਹੈ। ਕਿਹੜੇ ਰੱਬ ਦਾ? ਸਭ ਦਿਸੰਤਰ ਦੇਸਾਂ, ਜੋ ਸਾਰਿਆਂ ਦੇਸ਼ਾਂ ਦੇਸ਼ਾਂਤਰਾਂ ਦੇ ਅੰਦਰ ਸਮਾਇਆ ਹੋਇਆ ਹੈ, ਉਹ ਸਰੀਰ ਵਿੱਚ ਵੀ ਵਸਦਾ ਹੈ। ਤੇ ਜਿਹੜਾ ਮੇਰੇ ਸਰੀਰ ਵਿੱਚ ਵਸਦਾ ਹੈ ਉਹ ਸਾਰੇ ਸੰਸਾਰ ਦੇ ਕਣ ਕਣ ਵਿੱਚ ਵੀ ਸਮਾਇਆ ਹੈ। ਤੇ ਜਿਹੜਾ ਕਣ ਕਣ ਦੇ ਅੰਦਰ ਸਮਾਇਆ ਉਹਦਾ ਨਿਵਾਸ ਮੇਰੇ ਸਰੀਰ ਵਿੱਚ ਵੀ ਹੈ। ਯਾਨੀ ਸਾਰੇ ਦੇਸ਼ਾਂ ਦੇਸ਼ਾਂਤਰਾਂ ਦੇ ਅੰਦਰ ਵਿਆਪਕ ਜੋ ਪ੍ਰਭੂ ਹੈ, ਉਹਦਾ ਨਿਵਾਸ ਸਾਡੇ ਸਰੀਰ ਵਿੱਚ ਹੈ। ਆਪੇ ਤਾੜੀ ਲਾਈਆਂ ਸਭ ਮਹਿ ਪਰਵੇਸਾ। ਤਾੜੀ ਲਾਈਆਂ, ਜਿਹਨੇ ਤਾੜੀ ਲਾਈ ਹੋਈ ਹੈ, ਸਮਾਧੀ ਲਾਈ ਹੋਈ ਹੈ, ਭਾਵ ਟਿਕਿਆ ਹੋਇਆ ਹੈ। ਤਾੜੀ ਲਾਉਣ ਦਾ ਮਤਲਬ ਟਿਕਣਾ ਹੁੰਦਾ ਹੈ। ਸਾਰੇ ਜੀਵਾਂ ਦੇ ਅੰਦਰ ਪ੍ਰਵੇਸ਼ਾ ਦਾ ਮਤਲਬ ਪ੍ਰਵੇਸ਼ ਕਰਕੇ ਤੇ ਅੰਦਰ ਟਿਕਿਆ ਹੋਇਆ ਹੈ, ਤਾੜੀ ਲਾਈ ਹੋਈ ਹੈ। ਸਮਾਧੀ ਵਿੱਚ ਦਾ ਮਤਲਬ ਟਿਕਿਆ ਹੋਇਆ ਹੈ। ਹਰ ਸਰੀਰ ਅੰਦਰ ਪ੍ਰਵੇਸ਼ ਕਰਕੇ ਰੱਬ ਹਰ ਸਰੀਰ ਦੇ ਅੰਦਰ ਵਸ ਰਿਹਾ ਹੈ। ਆਪੇ ਸ੍ਰਿਸ਼ਟ ਸਾਜੀਆਂ ਆਪ ਗੁਪਤ ਰਖੇਸਾ। ਪ੍ਰਭੂ ਨੇ ਆਪ ਹੀ ਸਾਰੀ ਸ੍ਰਿਸ਼ਟੀ ਰਚੀ ਹੈ ਔਰ ਆਪ ਹੀ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ, ਗੁਪਤ ਹੈ, ਭਾਵ ਕਿ ਇਸ ਸ੍ਰਿਸ਼ਟੀ ਦੇ ਅੰਦਰ ਆਪ ਹੀ ਵਸ ਰਿਹਾ ਹੈ, ਵਰਤ ਰਿਹਾ ਹੈ, ਪਰ ਸਾਨੂੰ ਨਜ਼ਰ ਹੀ ਨਹੀਂ ਪੈਂਦਾ। ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟੀਏਸਾ। ਪ੍ਰਗਟੀਏਸਾ ਦਾ ਮਤਲਬ ਪ੍ਰਗਟਿਆ ਹੈ, ਪ੍ਰਗਟੀਏਸਾ। ਗੁਰੂ ਸੇਵਾ ਰਾਹੀਂ ਜਾਣਿਆ ਜਾਂਦਾ ਹੈ। ਗੁਰੂ ਸੇਵਾ ਦਾ ਮਤਲਬ ਪ੍ਰਭੂ ਦੀ ਸੂਝ ਸਤਿਗੁਰ ਦੇ ਹੁਕਮ ਵਿੱਚ ਤੁਰਿਆ ਆਉਂਦੀ ਹੈ। ਗੁਰ ਸੇਵਾ ਤੇ ਜਾਣਿਆ, ਗੁਰੂ ਦੇ ਦੱਸੇ ਰਾਹ ਤੇ ਤੁਰਿਆ ਪ੍ਰਭੂ ਦੀ ਸਮਝ ਪੈਂਦੀ ਹੈ, ਜਾਣਿਆ ਜਾਂਦਾ ਹੈ, ਉਹਦੇ ਨਾਲ ਸਾਂਝ ਬਣਦੀ ਹੈ।
ਤੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਸੱਚ ਪ੍ਰਗਟੀਏ। ਇਸ ਦਾ ਮਤਲਬ ਮਨੁੱਖ ਦੇ ਅੰਦਰੋਂ ਸੱਚ ਪ੍ਰਗਟ ਹੋ ਜਾਂਦਾ ਹੈ, ਅਸਲੀਅਤ ਪ੍ਰਗਟ ਹੋ ਜਾਂਦੀ ਹੈ, ਰੱਬ ਪ੍ਰਗਟ ਹੋ ਜਾਂਦਾ ਹੈ, ਬੰਦਾ ਰੱਬ ਵਰਗਾ ਹੋ ਜਾਂਦਾ ਹੈ। ਸਭ ਕੁਝ ਸੱਚੋ ਸੱਚ ਹੈ, ਗੁਰ ਸੋਝੀ ਪਾਈ। ਸੱਚੋ ਸੱਚ ਦਾ ਮਤਲਬ ਸੱਚ ਹੀ ਸੱਚ। ਸਭ ਕੁਝ ਦਾ ਮਤਲਬ ਸਭ ਥਾਵਾਂ ਤੇ, ਹਰ ਚੀਜ਼ ਦੇ ਅੰਦਰ। ਸੱਚੋ ਸੱਚ ਦਾ ਮਤਲਬ ਸੱਚਾ ਰੱਬ ਹੀ ਰੱਬ। ਗੁਰ ਸੋਝੀ ਪਾਈ ਦਾ ਮਤਲਬ ਗੁਰੂ ਨੇ ਸੂਝ ਬਖਸ਼ੀ ਹੈ। ਜਿਨ੍ਹਾਂ ਨੂੰ ਗੁਰੂ ਨੇ ਇਹ ਸੂਝ ਬਖਸ਼ੀ ਹੈ, ਗਿਆਨ ਬਖਸ਼ਿਆ ਹੈ, ਉਹਨਾਂ ਨੂੰ ਸਮਝ ਪੈ ਗਈ ਹੈ ਕਿ ਸਭ ਕੁਝ ਸੱਚੋ ਸੱਚ ਹੈ, ਕਿ ਚਾਰ ਚੁਫੇਰੇ ਸੱਚ ਹੀ ਸੱਚ ਵਰਤ ਰਿਹਾ ਹੈ, ਰੱਬ ਹੀ ਰੱਬ ਵਰਤ ਰਿਹਾ ਹੈ। ਜਿਨ੍ਹਾਂ ਨੂੰ ਗੁਰੂ ਨੇ ਸੋਝੀ ਪਾਈ ਹੈ, ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦਿੱਤਾ ਹੈ, ਉਹਨਾਂ ਨੂੰ ਸਮਝ ਪੈ ਗਈ ਕਿ ਸਾਰੇ ਪਾਸੇ ਸੱਚ ਹੀ ਸੱਚ ਵਰਤ ਰਿਹਾ ਹੈ, ਰੱਬ ਹੀ ਰੱਬ ਵਰਤ ਰਿਹਾ ਹੈ। ਰੱਬ ਤੋਂ ਇਲਾਵਾ ਕੁਝ ਵੀ ਨਹੀਂ ਹੈ, ਸੱਚ ਤੋਂ ਇਲਾਵਾ ਕੁਝ ਵੀ ਨਹੀਂ ਹੈ। ਹਰ ਥਾਂ ਦੇ ਉੱਤੇ ਸੱਚ ਮੌਜੂਦ ਹੈ, ਸਿਰਫ ਉਸ ਸੱਚ ਨੂੰ ਯੂਜ਼ ਕਰਨ ਦੀ ਲੋੜ ਹੈ, ਉਹ ਸੱਚ ਨੂੰ ਸਮਝਣ ਦੀ ਲੋੜ ਹੈ। ਮੇਰੇ ਅੰਦਰ ਵੀ ਸੱਚ ਹੈ, ਤੁਹਾਡੇ ਵਿੱਚ ਵੀ ਸੱਚ ਹੈ। ਹਰ ਥਾਂ ਦੇ ਉੱਤੇ ਹਰ ਇਨਸਾਨ ਨੂੰ ਸੱਚ ਦਾ ਪਤਾ ਹੈ, ਸਿਰਫ ਸੱਚ ਨੂੰ ਸਮਝਣ ਦੀ ਲੋੜ ਹੈ। ਤੇ ਇਸ ਚੀਜ਼ ਦੀ ਸਮਝ ਉਹਨਾਂ ਨੂੰ ਪੈਂਦੀ ਹੈ ਜਿਨ੍ਹਾਂ ਨੂੰ ਗੁਰੂ ਨੇ ਸੂਝ ਬਖਸ਼ੀ ਹੈ। ਉਹ ਚਾਰ ਚੁਫੇਰੇ ਵਾਸਤੇ ਸੰਸਾਰ ਦੇ ਅੰਦਰ ਇੱਕ ਨਿਰੰਕਾਰ ਨੂੰ ਜਾਣਦੇ ਨੇ, ਔਰ ਫਿਰ ਸਭ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਦੇ ਨੇ। ਤਾਂ ਅੱਜ ਦੀ ਵਿਚਾਰ ਮੈਂ ਇੱਥੇ ਸਮਾਪਤ ਕਰਦਾ ਜੀ।